ਅੱਜ ਦੀ ਜਿਹੜੀ ਪ੍ਰੋਗਰਾਮ ਦਾ ਵਿਸ਼ਾ ਨਾ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਬੌਧਿਕ ਕੰਗਾਲੀ, ਤੁਹਾਡੇ ਹਿਸਾਬ ਨਾਲ ਬੌਧਿਕ ਕੰਗਾਲੀ ਹੁੰਦੀ ਕੀ ਆ? ਮੋਸਟਲੀ ਜਿਹੜੀ ਚੀਜ਼ਾਂ ਸੋਸ਼ਲ ਮੀਡੀਆ 'ਤੇ ਹੁੰਦੀਆਂ ਉਹ ਮਿੱਥ ਹੁੰਦੀਆਂ। ਬਿਲਕੁਲ। ਕਿਸੇ ਦੀ ਝੂਠੀ ਜ਼ਿੰਦਗੀ ਦੇਖ ਕੇ ਅਸੀਂ ਆਪਣੀ ਹਸਤੀ ਵਸਤੀ ਜ਼ਿੰਦਗੀ 'ਚ ਕਈ ਵਾਰੀ ਅੱਗ ਲਾ ਲੈਂਦੇ। ਹਰਮਨ ਚੀਮਾ, ਸੋਨੂ ਸੀਤੋਵਾਲੀਆ, ਜਿਹੜੇ ਮੈਨੂੰ ਲੱਗਦਾ ਕਿ ਇੱਕ ਲਾਈਨ ਵੀ ਢੰਗ ਨਾਲ, ਦੋ ਸ਼ਬਦ ਵੀ ਜੋੜ ਕੇ ਨਹੀਂ ਬੋਲ ਸਕਦੇ, ਪਰ ਸਾਡੇ ਲੋਕਾਂ ਨੇ ਉਹਨਾਂ ਨੂੰ ਸਿਰ ਤੇ ਭਾਇਆ ਆ। ਹਰਮਨ ਚੀਮੇ ਵਰਗਾ ਜਿਹੜਾ ਉਹ ਨਾਮ ਦਾ ਗਾਇਕ ਆ, ਉਹ ਆਸਟ੍ਰੇਲੀਆ ਤੇ ਟੂਰ ਤੱਕ ਲਾ ਗਿਆ। ਉਹਨੂੰ ਲਵਾਏ ਕਿੰਨੇ? ਮੈਂ ਤੁਹਾਨੂੰ ਦੱਸਦਾ, ਸਾਡੇ ਲੋਕਾਂ ਨੇ। ਕਹਿੰਦੇ ਕਮਾਨਾ ਹੈ ਅਗਰ ਨਾਮ ਤਾਂ ਹੋ ਜਾਓ ਬਦਨਾਮ। ਬੰਬੇ ਦੇ ਵਿੱਚ ਸਰਦਾਰਾਂ ਦੀ ਇੱਕ ਬਹੁਤ ਮਾੜੀ ਇਮੇਜ, ਇੱਕ ਉਹ ਜੋਕਰਾਂ ਵਾਂਗੂ ਬਣਾਇਆ ਜਾਂਦਾ ਸੀ, ਉਹਨਾਂ ਨੂੰ ਵਿਖਾਇਆ ਜਾਂਦਾ ਸੀ, ਫਿਲਮਾਂ ਦੇ ਵਿੱਚ ਫਿਲਮਾਂਕਣ ਕੀਤਾ ਜਾਂਦਾ ਸੀ। ਦਲਜੀਤ ਦੋਸਾਂਝ ਨੇ ਉਹ ਇਮੇਜ ਜਾ ਕੇ ਸੁਧਾਰੀ ਆ। ਜਦੋਂ ਉਹਨੂੰ ਅੰਬਾਨੀਆਂ ਨੇ ਆਪਣੇ ਵਿਆਹ 'ਤੇ ਬੁਲਾਇਆ, ਉਹ ਇੱਕ ਗਾਇਕ ਆ, ਉਹਨੂੰ ਉਹਨਾਂ ਨੇ ਅੰਬਾਨੀਆਂ ਨੇ ਪੈਸਾ ਦਿੱਤਾ। ਸਾਡੇ ਲੋਕਾਂ ਨੇ ਸਾਰਾ ਇੰਟਰਨੈਟ ਭਰਤਾ ਕਿ ਉਹਨੇ ਪੱਗ ਦੀ ਲਾਜ, ਉਹਨੇ ਪੱਗ ਦੀ ਇੱਜ਼ਤ ਵਧਾਈ ਆ। ਪਰ ਇਹ ਸਾਡੀ ਬੌਧਿਕ ਕੰਗਾਲੀ ਆ ਕਿ ਸਾਨੂੰ ਐਂ ਲੱਗਦਾ ਕਿ ਜੇ ਕੋਈ ਸਰਦਾਰ ਬੰਦਾ ਉਹਨਾਂ ਦੀ ਅੰਬਾਨੀਆਂ ਦੇ ਵਿਆਹ ਦੇ ਵਿੱਚ ਹਾਜ਼ਰੀ ਲਵਾਉਣਾ ਪੱਗ ਦੀ ਇੱਜ਼ਤ ਵਧਾਉਣਾ ਹੁੰਦੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਅਤੇ ਵੈਲਕਮ ਟੂ ਦਾ ਸਿੱਧੂ ਸ਼ੋਅ। ਅੱਜ ਫਿਰ ਹਾਜ਼ਰ ਹਾਂ ਇੱਕ ਨਵਾਂ ਪੋਡਕਾਸਟ ਲੈ ਕੇ। ਅਤੇ ਅੱਜ ਪੋਡਕਾਸਟ ਦੇ ਵਿੱਚ ਮੇਰਾ ਸਾਥ ਦੇਣਗੇ ਫਿਰ ਤੋਂ ਵੀਰ ਜੱਸੀ ਹੁਣੀ, ਜਸਵਿੰਦਰ ਹੁਣੀ। ਅੱਜ ਦਾ ਜਿਹੜਾ ਪੋਡਕਾਸਟ ਆ, ਇਹ ਹੋ ਸਕਦਾ ਕਿ ਗੱਲਾਂ ਤੁਹਾਨੂੰ ਥੋੜ੍ਹੀਆਂ ਕੌੜੀਆਂ ਲੱਗਣ, ਪਰ ਇਹ ਜਿਹੜੀਆਂ ਗੱਲਾਂ ਇਹ ਸਾਡੇ ਸਾਰਿਆਂ 'ਤੇ ਅਪਲਾਈ ਹੁੰਦੀਆਂ, ਅਤੇ ਇਹ ਜਿਹੜੀਆਂ ਗੱਲਾਂ ਕਰਨੀਆਂ ਬਹੁਤ ਜ਼ਿਆਦਾ ਜ਼ਰੂਰੀ ਆ। ਪਰ ਉਸ ਤੋਂ ਪਹਿਲਾਂ ਆਓ ਜੱਸੀ ਬਾਈ ਹੁਣਾਂ ਦਾ ਵੈਲਕਮ ਕਰਦੇ ਹਾਂ। ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਸਵਾਗਤ ਜੀ ਤੁਹਾਡਾ ਪ੍ਰੋਗਰਾਮ 'ਚ। ਦਵਾਈਆਂ ਵੀ ਕੌੜੀਆਂ ਹੁੰਦੀਆਂ ਪਰ ਅਸਰ ਵਧੀਆ ਹੁੰਦਾ। ਬਿਲਕੁਲ। ਕਈ ਵਾਰਾਂ ਜਿਹੜੀ ਹੁੰਦੀ ਨਾ ਡੋਜ਼ ਦੇਣੀ ਜਿਹੜਾ ਜ਼ਰੂਰੀ ਹੋ ਜਾਂਦੀ ਆ, ਕਿਉਂਕਿ ਅੱਜ ਦੀ ਜਿਹੜੀ ਪ੍ਰੋਗਰਾਮ ਦਾ ਵਿਸ਼ਾ ਨਾ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਕਿਉਂਕਿ ਮੈਨੂੰ ਲੱਗਦਾ ਹੁੰਦਾ ਆਪਾਂ ਜਿੰਨੀਆਂ ਵੀ ਗੱਲਾਂ ਕਰਦੇ ਹਾਂ ਆਪਣੀ ਤੁੱਛ ਬੁੱਧੀ ਦੇ ਮੁਤਾਬਕ, ਆਪਣੀ ਸੋਚ ਦੇ ਮੁਤਾਬਕ ਕਰਦੇ ਹਾਂ। ਹੋ ਸਕਦਾ ਆਪਾਂ ਗਲਤ ਵੀ ਹੋਈਏ, ਅਤੇ ਜੇਕਰ ਅਸੀਂ ਗਲਤ ਹੋਏ ਤਾਂ ਬੇਨਤੀ ਆ ਕਿ ਕਮੈਂਟਾਂ ਦੇ ਵਿੱਚ ਦੱਸਿਓ ਜ਼ਰੂਰ। ਅਤੇ ਜੇ ਤੁਹਾਨੂੰ ਕੋਈ ਫੈਕਟ ਚੰਗਾ ਨਾ ਲੱਗੇ ਜਾਂ ਉਹਦੇ ਫੈਕਟ ਦੇ ਅਗੇਂਸਟ ਤੁਹਾਡੇ ਕੋਲ ਕੋਈ ਗੱਲਬਾਤ ਹੋਵੇ ਤਾਂ ਜ਼ਰੂਰ ਸਾਡੇ ਤੱਕ ਪਹੁੰਚਾਇਓ। ਗੁਰਦੇਵ ਵੀਰੇ, ਬਹੁਤ ਹੀ ਡੂੰਘੀ ਗੱਲ ਕੀਤੀ ਹੈ ਤੁਸੀਂ ਜੀ। ਗੱਲਾਂ ਦੇ ਵਿੱਚ ਕਿ ਤੁਸੀਂ ਮੰਨਦੇ ਹੋ ਵੀ ਸਾਡੇ ਕੋਲ ਗਲਤੀ ਹੁੰਦੀ ਹੈ। ਬਿਲਕੁਲ। ਆਪਣਾ ਸਵੈ ਵਿਸ਼ਲੇਸ਼ਣ ਕਰਦੇ ਹੋ, ਆਪਣੇ 'ਚ ਸੋਧ ਕਰਦੇ ਹੋ, ਉਦੋਂ ਤੁਸੀਂ ਸਹੀ ਇਨਸਾਨ ਬਣ ਜਾਂਦੇ ਹੋ। ਬਿਲਕੁਲ। ਜਦੋਂ ਤੁਹਾਨੂੰ ਲੱਗਦਾ ਹੈ ਕਿ ਮੇਰੇ ਤੋਂ ਘੈਂਟ ਬੰਦਾ ਹੀ ਕੋਈ ਨਹੀਂ, ਮੇਰੇ ਤੋਂ ਸੋਹਣਾ ਹੀ ਬੰਦਾ ਕੋਈ ਨਹੀਂ, ਮੇਰੇ ਤੋਂ ਅਮੀਰ ਬੰਦਾ ਕੋਈ ਨਹੀਂ, ਜਾਂ ਮੈਂ ਪਰਫੈਕਟ ਹਾਂ, ਉੱਥੇ ਫਿਰ ਨਿਗਾਰ ਸ਼ੁਰੂ ਹੁੰਦਾ। ਪਿਛਲੀ ਵਾਰ ਨਾ ਗੁਰਮੁਖ ਭੰਡੋਲ ਹੋਣਾ ਨਾਲ ਮੈਂ ਪੋਡਕਾਸਟ ਕੀਤਾ, ਅਤੇ ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕੀਤੀ। ਕਹਿੰਦੇ ਜਿਹੜਾ ਮੈਂ ਉਹਨਾਂ ਕਿਹਾ, ਮੈਂ ਹਾਂ ਇੱਥੇ ਬੰਦੇ ਕਮੈਂਟ ਕਰਨਗੇ, ਕਹਿੰਦਾ ਜਿਹੜਾ ਬੰਦਾ ਸਿੱਖਿਆ ਨਹੀਂ ਉਹ ਫਿਰ ਸਿੱਖ ਹੀ ਹੈ ਨਹੀਂ। ਮਤਲਬ ਸਾਨੂੰ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ ਵੀ ਅਸੀਂ ਸਾਰੀ ਉਮਰ ਸਿੱਖਦੇ ਰਹਿਣਾ। ਜਿਸ ਦਿਨ ਸਾਨੂੰ ਲੱਗ ਗਿਆ ਕਿ ਸਾਡੇ ਤੋਂ ਪਰਫੈਕਟ ਬੰਦਾ ਕੋਈ ਨਹੀਂ, ਮੈਨੂੰ ਲੱਗਦਾ ਉਸ ਦਿਨ ਦੁਨੀਆ ਖਤਮ ਆ। ਅਤੇ ਜਿਹੜਾ ਜੱਸੀ ਭਾਈ ਅੱਜ ਦਾ ਟੌਪਿਕ ਆ ਨਾ, ਉਹ ਗੱਲ ਉਹ ਹੈਗਾ ਕਿ ਸਾਡੀ ਜਿਹੜੀ ਕਮਿਊਨਿਟੀ ਆ, ਅਸੀਂ ਸਾਰੇ, ਮੈਂ ਵੀ ਉਹਨਾਂ 'ਚ ਹਾਂ, ਤੁਸੀਂ ਵੀ ਉਹਨਾਂ 'ਚੋਂ, ਸਾਡੀ ਜਿਹੜੀ ਕਮਿਊਨਿਟੀ ਆ ਦਿਨੋਂ ਦਿਨ ਬੌਧਿਕ ਕੰਗਾਲੀ ਵੱਲ ਵੱਧ ਰਹੀ ਆ। ਇਹਦੀਆਂ ਬਹੁਤ ਸਾਰੀਆਂ ਐਗਜ਼ਾਮਪਲਾਂ ਆ, ਆਪਾਂ ਪਰਤ ਬਾਏ ਪਰਤ ਅੱਜ ਦਵਾਈ ਦੇਣੀ ਆ। ਠੀਕ ਹੈ ਸਰ। ਅਤੇ ਕਰੀਏ ਸ਼ੁਰੂ। ਬੌਧਿਕ ਕੰਗਾਲੀ, ਤੁਹਾਡੇ ਹਿਸਾਬ ਨਾਲ ਬੌਧਿਕ ਕੰਗਾਲੀ ਹੁੰਦੀ ਕੀ ਆ? ਅੰਗਰੇਜ਼ੀ 'ਚ ਇੱਕ ਵਰਡ ਆ ਕੌਨਸਾਈਜ਼, ਵੀ ਤੁਹਾਡੀ ਡਿਸੀਜ਼ਨ ਮੇਕਿੰਗ ਪਾਵਰ। ਤੁਹਾਡੇ ਲਾਈਫ 'ਚ ਕਿੱਦਾਂ ਦੇ ਐਕਸਪੀਰੀਅੰਸ ਨੇ, ਤੁਹਾਡੀ ਓਬਜ਼ਰਵੇਸ਼ਨ ਕਿੱਦਾਂ ਦੀ ਹੈ ਜੀ, ਤੁਹਾਡੀ ਸਟੱਡੀ ਕਿੱਦਾਂ ਦੀ ਹੈ, ਤੁਹਾਡਾ ਐਟਮੋਸਫੇਅਰ ਕਿੱਦਾਂ ਦਾ ਹੈ, ਉਹਦੇ ਬੇਸਿਸ 'ਤੇ ਤੁਹਾਡਾ ਇੱਕ ਮੈਂਟਲ ਸਿਸਟਮ ਆ। ਸੇਮ ਇਨਫੋਰਮੇਸ਼ਨ ਤੁਹਾਨੂੰ ਦਿੱਤੀ, ਸੇਮ ਇਨਫੋਰਮੇਸ਼ਨ ਮੈਨੂੰ ਦਿੱਤੀ, ਮੇਰੇ ਦਿਮਾਗ ਨੇ ਰਿਜ਼ਲਟ ਕੱਢ ਕੇ ਉਹ ਮਾਰਨਾ, ਤੁਹਾਡੇ ਦਿਮਾਗ ਨੇ ਰਿਜ਼ਲਟ ਕੱਢ ਕੇ ਬਾਹਰ ਮਾਰਨਾ, ਅਤੇ ਦੋਵੇਂ ਰਿਜ਼ਲਟ ਡਿਫਰੈਂਟ ਹੋਣੇ। ਹੁਣ ਪ੍ਰੋਬਲਮ ਇਹ ਹੈ ਕਿ ਓਬਜ਼ਰਵੇਸ਼ਨ ਖਤਮ ਹੁੰਦੀ ਜਾ ਰਹੀ ਹੈ। ਸਕਰੋਲਿੰਗ ਕਹਿ ਲਓ, ਸਿੰਗਿੰਗ ਕਹਿ ਲਓ, ਜਾਂ ਤੁਸੀਂ ਕੋਈ ਵੀ ਟੌਪਿਕ ਫੜ ਕੇ ਦੇਖ ਲਓ, ਉਹ ਇੱਕ ਅੱਜ ਆਪਾਂ ਸਾਰੇ ਹੀ ਫੜਨੇ ਆ। ਹਾਂਜੀ, ਕਹਿੰਦਾ ਜੀ ਬਾਲਟੀ 'ਚ ਪਾਣੀ ਭਰ ਕੇ ਲਿਆਉਣਾ ਸੀ, ਅਤੇ ਉਹਨੇ ਫੋਨ ਚੱਕ ਲਿਆ ਨਾਲ ਹੀ, ਅਤੇ ਉਹਦੀ ਮਾਂ ਕਹਿੰਦੀ ਵੀ ਤੂੰ ਫੋਨ ਕਿੱਥੇ ਲੈ ਚੱਲਿਆ? ਕਹਿੰਦੇ ਜਿੰਨੇ ਚਿਰ ਬਾਲਟੀ ਨਹੀਂ ਭਰਦੀ ਕੁਛ ਤਾਂ ਕਰਨਾ ਹੀ ਆ। ਬਿਲਕੁਲ। ਅੱਜ ਕੱਲ੍ਹ ਜਿਹੜਾ ਇਹ ਟਰਮ ਹੈ ਨਾ ਕਿ ਮੈਂ ਬੋਰ ਹੋਣਾ ਆ, ਮੈਨੂੰ ਮਤਲਬ 2 ਮਿੰਟ ਵੀ ਜਿਹੜੇ ਫੋਨ ਤੋਂ ਬਿਨਾਂ ਕੱਢਣੇ ਔਖੇ ਆ, ਉਹ ਮੈਨੂੰ ਲੱਗਦਾ ਕਿ ਬਹੁਤ ਵੱਡਾ ਕਾਰਨ ਹੈ ਜਿਹੜਾ ਸਾਨੂੰ ਨਿਘਾਰ ਵੱਲ ਲੈ ਕੇ ਜਾ ਰਿਹਾ। ਹਾਂਜੀ, ਉਹ ਓਬਜ਼ਰਵੇਸ਼ਨ ਘੱਟ ਗਈ, ਇੰਟਰੈਕਸ਼ਨ ਘੱਟ ਗਿਆ, ਹਿਊਮਨ ਇੰਟਰੈਕਸ਼ਨ ਬਹੁਤ ਜ਼ਿਆਦਾ ਘੱਟ ਗਿਆ। ਤੁਸੀਂ ਆਮ ਤੌਰ 'ਤੇ ਓਬਜ਼ਰਵ ਕਰਿਓ, ਜਦੋਂ ਤੁਸੀਂ ਗੱਡੀ ਲੈ ਕੇ ਜਾਂਦੇ ਹੋ, ਬੱਸ ਸਟੈਂਡ 'ਤੇ ਜਿੰਨੇ ਵੀ ਲੋਕ ਬੈਠੇ ਹੁੰਦੇ ਆ ਜਾਂ ਕਿਸੇ ਪਾਰਟੀ 'ਚ ਮੋਸਟਲੀ ਦੇਖੋ ਤੁਸੀਂ, ਸਾਰੇ ਆਪਣੇ 'ਚ ਖੁੱਬੇ ਹੁੰਦੇ ਆ। ਉਹ ਆਪਣੀ ਜ਼ਿੰਦਗੀ ਨੂੰ ਛੱਡ ਕੇ ਦੂਜੀ ਦੀ ਜ਼ਿੰਦਗੀ ਖੰਗਾਲਣੇ ਹੁੰਦੇ ਆ ਵੀ ਉਹਨੇ ਕੀ ਲੈ ਲਿਆ, ਉਹਨੇ ਕੀ ਪਾ ਲਿਆ।
ਅਤੇ ਮੋਸਟਲੀ ਜਿਹੜੀ ਚੀਜ਼ਾਂ ਸੋਸ਼ਲ ਮੀਡੀਆ 'ਤੇ ਹੁੰਦੀਆਂ ਉਹ ਮਿੱਥ ਹੁੰਦੀਆਂ। ਬਿਲਕੁਲ। ਕਿਸੇ ਦੀ ਝੂਠੀ ਜ਼ਿੰਦਗੀ ਦੇਖ ਕੇ ਅਸੀਂ ਆਪਣੀ ਹਸਤੀ ਵਸਤੀ ਜ਼ਿੰਦਗੀ 'ਚ ਕਈ ਵਾਰੀ ਅੱਗ ਲਾ ਲੈਂਦੇ। ਬਿਲਕੁਲ, ਕਈਆਂ ਨੂੰ ਐਂ ਲੱਗਣਾ ਕਿ ਇਹ ਸ਼ਾਇਦ ਹਰ ਪੋਡਕਾਸਟ 'ਚ ਹੀ ਇਹੋ ਗੱਲਾਂ ਕਰਦੇ ਆ, ਸਾਡੇ ਐਂ ਹੁੰਦਾ ਆ, ਹਰ ਗੱਲ ਜਿਹੜੀ ਕਮੀ ਵੱਲ ਧਿਆਨ ਜਾਂਦਾ। ਪਰ ਮੇਰੇ ਖਿਆਲ ਜਿਹੜੀਆਂ ਕਮੀਆਂ ਆ ਉਹ ਜਿਹੜਾ ਕੋਈ ਆਪਣਾ ਉਹ ਤੁਹਾਨੂੰ ਕਮੀ ਦੱਸੂਗਾ ਪਹਿਲਾਂ, ਤਾਂ ਹੀ ਸ਼ਾਇਦ ਸਾਡੇ 'ਚ ਬੈਲੈਂਸ ਹਰ ਚੀਜ਼ 'ਚ ਹੋਣਾ ਚਾਹੀਦਾ। ਹੁਣ ਹਰ ਬੰਦਾ ਬੱਲੇ ਬੱਲੇ ਤਾਂ ਕਰ ਹੀ ਰਿਹਾ। ਬਿਲਕੁਲ। ਕੋਈ ਤਾਂ ਸਾਡੇ ਵਰਗਾ ਹੋਵੇ ਜਿਹੜਾ ਲੋਕਾਂ ਨੂੰ ਬੱਲੇ ਬੱਲੇ ਤਾਂ ਅਸੀਂ ਆਪੇ ਹੀ ਕਰੀ ਜਾਂਦੇ ਹਾਂ ਜੱਸੀ ਬਾਈ। ਤੇ ਜਿਹੜੀ ਸ਼ੁਰੂਆਤ ਆ ਬੌਧਿਕ ਕੰਗਾਲੀ ਦੀ ਐਗਜ਼ਾਮਪਲ ਮੈਨੂੰ ਲੱਗਦਾ ਸਭ ਤੋਂ ਵੱਡੀ ਜਿਹੜੀ ਆ ਉਹ ਹੈਗੀ ਆ, ਜੇ ਸ਼ੁਰੂਆਤ ਕਰੀਏ ਤਾਂ ਸਾਡੀ ਗਾਇਕੀ। ਕਿਉਂਕਿ ਇੱਕ ਜਿਹੜਾ ਮਿਊਜ਼ਿਕ ਆ, ਜਿਹੜੇ ਸੁਰ ਆ, ਇਹ ਤੁਹਾਨੂੰ ਰੱਬ ਨਾਲ ਜੋੜਦੇ ਆ। ਕੋਈ ਸਮਾਂ ਸੀ ਜਦੋਂ ਅਸੀਂ ਵਾਰਾਂ ਸੁਣਦੇ ਹੁੰਦੇ ਸੀ, ਸਾਡੇ ਜਿਹੜੇ ਬਜ਼ੁਰਗ ਆ ਉਹ ਜੰਗਾਂ 'ਤੇ ਜਾਂਦੇ ਰਹੇ, ਸਾਡਾ ਇਤਿਹਾਸ ਜੰਗਾਂ ਵਾਲਾ ਰਿਹਾ ਆ, ਅਤੇ ਵਾਰਾਂ ਸੁਣ ਕੇ ਅਸੀਂ ਜੰਗਾਂ 'ਤੇ ਜਾਂਦੇ ਹੁੰਦੇ ਸੀ। ਪਰ ਅੱਜ ਕੱਲ੍ਹ ਅਸੀਂ ਗਾਣੇ ਸੁਣਦੇ ਹਾਂ, ਤਿੰਨ ਪੈਗ ਲਾ ਕੇ ਤੇਰੀ ਬਾਂਹ ਫੜਨੀ, ਅਤੇ ਫੜਨੀ ਕਿਹਦੀ, ਨੱਚਣਾ ਕਿਹਦੇ ਨਾਲ, ਭੈਣ ਨਾਲ। ਸੋ ਜਿਹੜੀ ਸਾਡੀ ਗਾਇਕੀ ਆ, ਜਿਹੜਾ ਸਾਡਾ ਸੁਣਨ ਦਾ ਲੈਵਲ ਆ, ਉਹ ਕਿੰਨਾ ਕੁ ਨਿਘਾਰ ਵੱਲ ਪਹੁੰਚ ਗਿਆ ਆ, ਇਹ ਸਾਡੀ ਬੌਧਿਕ ਕੰਗਾਲੀ ਦੀ ਨਿਸ਼ਾਨੀ ਆ। ਵਰਸ ਇਹਦੇ ਵਿੱਚ ਪਤਾ ਕੀ ਹੈ, ਸਾਨੂੰ ਐਟਲੀਸਟ ਪਤਾ ਇਹਨਾਂ ਗੱਲਾਂ ਦਾ ਵੀ ਇਹਨਾਂ ਦੇ ਮੀਨਿੰਗ ਕੀ ਹੈ ਜੀ। ਬੜਾ ਦੁੱਖ ਹੁੰਦਾ ਹੈ ਦੇਖ ਕੇ ਵੀ ਜਦੋਂ ਛੋਟੇ ਛੋਟੇ ਬੱਚੇ ਪਰਫੋਰਮੈਂਸ ਕਰਦੇ ਨੇ। ਮੇਰੀ ਬੇਨਤੀ ਹੈ, ਸਾਰੇ ਅੱਜ ਕੱਲ੍ਹ ਬ੍ਰਿਸਬੇਨ ਦੇ ਵਿੱਚ ਬਹੁਤ ਭੰਗੜਾ ਕੋਚ ਨੇ ਜੀ, ਕਿਰਪਾ ਕਰਕੇ ਗਾਣਿਆਂ ਦੀ ਚੋਣ ਬਹੁਤ ਵਧੀਆ ਕਰੋ। ਰੰਗਲਾ ਪੰਜਾਬ ਹੋ ਗਿਆ, ਚੱਲ ਮੇਲੇ ਨੂੰ ਚੱਲੀਏ, ਭੰਗੜੀ ਸਵਾਲ ਜੱਟਾ, ਹੁਣ ਹੋਰ ਵੀ ਬੜੇ ਗਾਣੇ ਨੇ। ਗਾਣੇ ਚੂਜ਼ ਕਰਨਗੇ, ਮਿੱਤਰਾਂ ਕੋ ਫੀਮ ਮਿਲੀ ਆ, ਮਿੱਤਰਾਂ ਦੇ ਕੇਸ ਚੱਲਦਾ, ਬੱਚੇ ਨੱਚ ਰਹੇ, ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹ ਟਿਊਨ ਸੁਣ ਕੇ ਨੱਚ ਰਹੇ ਨੇ। ਦੱਸਣਾ ਕਿਹਨੇ ਆ? ਫੁਕਰੀ ਦਾ ਇੰਜੈਕਸ਼ਨ ਕੌਣ ਲਾ ਰਿਹਾ ਉਹਨਾਂ ਨੂੰ? ਪੁੱਛ ਕੇ ਦੇਖੋ ਜਿਨ੍ਹਾਂ ਦਾ ਕੇਸ ਆ। ਬਿਲਕੁਲ। ਸਿਆਣੇ ਕਹਿੰਦੇ ਕੇਸ ਤਾਂ ਬਿਮਾਰੀ ਬੰਦੇ ਨੂੰ ਲੈ ਪੈਂਦੇ ਆ। ਬਿਲਕੁਲ। ਕੋਰਟ ਕਚਹਿਰੀਆਂ ਦੇ ਜਿਹੜੇ ਚੱਕਰ ਨੇ ਉਹ ਬੰਦੇ ਨੇ ਜਵਾਨੀ 'ਚ ਬੁੱਢਾ ਕਰ ਦਿੰਦੇ ਨੇ। ਬਿਲਕੁਲ। ਠੀਕ ਹੈ ਨਾ। ਅਤੇ ਉਹ ਜਦੋਂ ਤੁਸੀਂ ਉਹਨਾਂ ਨੂੰ ਪਰੋਸ ਹੀ ਉਹ ਚੀਜ਼ ਰਹੇ ਹੋ, ਤਾਂ ਫਿਰ ਤੁਸੀਂ ਉਹਨਾਂ 'ਤੇ ਐਕਸਪੈਕਟ ਕੀ ਕਰਦੇ ਹੋ? ਥਿੰਗਸ ਗੋਜ਼ ਅਰਾਊਂਡ ਕਮਜ਼ ਅਰਾਊਂਡ। ਬਿਲਕੁਲ। ਇਸ ਕਰਕੇ ਸਾਡਾ ਇਹ ਨੈਤਿਕ ਫਰਜ਼ ਬਣਦਾ ਹੈ, ਸਪੈਸ਼ਲੀ ਜਿਹਨੂੰ ਅਸੀਂ ਕਲਚਰਲਸ ਪ੍ਰੋਗਰਾਮ ਕਹਿੰਦੇ ਆ, ਵੀ ਇੱਥੇ ਇੱਕ ਪ੍ਰੋਗਰਾਮ ਹੋ ਰਿਹਾ, ਪਰ ਤੁਸੀਂ ਦੱਸ ਕੀ ਰਹੇ ਹੋ? ਗਾਣੇ ਦੀ ਚੋਣ ਸਾਫ਼ ਸੁਥਰੀ ਕਰੋ, ਜਿਨ੍ਹਾਂ ਤੋਂ ਸਾਨੂੰ ਕੋਈ ਸੇਧ ਮਿਲੇ, ਉਹ ਵਧੀਆ ਚੀਜ਼ ਹੋਵੇ। ਇਹ ਨਹੀਂ ਕਿ ਬਸ ਬੀਟ ਵਧੀਆ ਤੇ ਚੱਕ ਦੋ। ਬਿਲਕੁਲ। ਗਾਣੇ ਮੈਨੂੰ ਲੱਗਦਾ ਮੈਂ ਵੀ ਸੁਣਦਾ, ਤੁਸੀਂ ਵੀ ਸੁਣਦੇ ਹੋ। ਗਾਣਿਆਂ 'ਤੇ ਆਪਾਂ ਨੱਚੀ ਦਾ ਵੀ ਆ, ਆਪਾਂ ਇੰਜੋਏ ਵੀ ਕਰੀਦਾ, ਐਂਟਰਟੇਨਮੈਂਟ ਦਾ ਸਾਧਨ ਵੀ ਆ। ਪਰ ਬਿਲਕੁਲ ਕਈ ਵਾਰ ਤਾਂ ਐਂਟਰਟੇਨਮੈਂਟ ਦੇ ਨਾਮ 'ਤੇ ਸਿੱਧਾ ਜਿਹੜਾ ਆ ਗੰਦ ਪਰੋਸਿਆ ਜਾ ਰਿਹਾ। ਜਿੱਦਾਂ ਤੁਸੀਂ ਗੱਲ ਕੀਤੀ ਕਿ ਸਾਡੇ ਬੱਚਿਆਂ ਨੂੰ ਉਹਦਾ ਮਤਲਬ ਵੀ ਪਤਾ ਨਹੀਂ ਹੁੰਦਾ। ਮੈਂ ਨਾ ਹਨੀ ਸਿੰਘ ਦੀ ਇੰਟਰਵਿਊ ਆਈ ਆ ਲੱਲਨ ਟੌਪ 'ਤੇ, ਲੱਲਨ ਟੌਪ ਚੈਨਲ ਆ, ਉਹਦੀ ਇੰਟਰਵਿਊ ਮੈਂ ਅੱਜ ਹੀ ਸੁਣ ਰਿਹਾ ਸੀਗਾ, ਕੁਛ ਕੁ ਪਾਰਟ ਮੈਂ ਸੁਣਿਆ, ਮੈਂ ਪੂਰੀ ਤਾਂ ਨਹੀਂ ਸੁਣੀ। ਉਹਦੇ ਵਿੱਚ ਉਹ ਖੁਦ ਹੀ ਹੱਸ ਰਿਹਾ, ਉਹ ਗੱਲ ਕਰ ਰਿਹਾ, ਕਹਿੰਦਾ ਮੈਂ ਜਿਹੜੇ ਆਪਣੇ ਗਾਣੇ ਲਿਖੇ ਆ, ਮੈਨੂੰ ਖੁਦ ਆਪਣੇ ਗਾਣੇ ਸੁਣ ਕੇ ਹਾਸਾ ਹੁੰਦਾ ਆ। ਕਹਿੰਦਾ ਮੈਂ ਗਾਣਾ ਲਿਖਿਆ ਲੂੰਗੀ ਡਾਂਸ, ਮੈਂ ਗਾਣਾ ਲਿਖਿਆ ਪਾਰਟੀ ਆਲ ਨਾਈਟ। ਕਹਿੰਦਾ ਲੋਕਾਂ ਨੇ ਉਹ ਗਾਣੇ ਸਿਰ 'ਤੇ ਚੱਕ ਲਏ। ਕਹਿੰਦਾ ਅੱਜ ਵੀ ਉਹ ਗਾਣੇ ਚੱਲਦੇ, ਅੱਜ ਵੀ ਮੈਨੂੰ ਰੈਵਨਿਊ ਆਉਂਦਾ ਆ, ਪਰ ਉਹਨਾਂ ਗਾਣਿਆਂ ਦਾ ਜੇ ਮਤਲਬ ਕੱਢਾਂ ਤਾਂ ਮੈਨੂੰ ਖੁਦ ਨੂੰ ਨਹੀਂ ਸਮਝ ਲੱਗਦੀ ਕਿ ਇਸ ਗਾਣੇ ਦਾ ਮਤਲਬ ਕੀ ਆ। ਅਤੇ ਕਹਿੰਦਾ ਇੱਕ ਮੈਂ ਗਾਣਾ ਲਿਖਿਆ ਸੀ 23 ਸਾਲਾਂ ਦੀ ਉਮਰ ਦੇ ਵਿੱਚ, 24 ਸਾਲਾਂ ਦੀ ਉਮਰ ਦੇ ਵਿੱਚ, ਭਗਤ ਸਿੰਘ 'ਤੇ, ਅਤੇ ਉਹ ਕਹਿੰਦਾ ਉਹ ਬਿਲਕੁਲ ਹੀ ਫਲੋਪ, ਉਹ ਲੋਕਾਂ ਨੇ ਸੁਣਿਆ ਹੀ ਨਹੀਂ। ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੇ ਆਰਟਿਸਟ ਵੀ ਇਹ ਕਹਿ ਕੇ ਪੱਲਾ ਛਡਾ ਜਾਂਦੇ ਆ ਕਿ ਲੋਕੀ ਜਿਹੜੇ ਆ ਉਹ ਚੰਗੇ ਗਾਣੇ ਸੁਣਦੇ ਹੀ ਨਹੀਂ। ਦੇਖੋ ਜੀ, ਗਾਇਕ ਤਾਂ ਇਹ ਗੱਲ ਕਹਿੰਦੇ ਆ ਵੀ ਦੁਨੀਆ ਖਾਂਦੀ ਤੇ ਬੱਕਰਾ ਕੱਟਦਾ, ਕਸਾਈ ਦਾ ਕੀ ਕਸੂਰ ਆ? ਬਟ ਉਹਨਾਂ ਦਾ ਜਿਹੜਾ ਰੋਲ ਹੈ ਉਹ ਬਹੁਤ ਅਹਿਮ ਹੈ। ਬਿਲਕੁਲ। ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਜੋਸ਼ ਵਾਲੇ ਗਾਣੇ ਨਾ ਗਾਓ ਜੀ, ਚਲੋ ਹੋਇਆ ਇੱਕ ਅੱਧਾ ਗਾਣਾ ਕਿਤੇ ਮੂਡ ਕਰਾਰਾ ਹੋ ਗਿਆ, ਤੁਸੀਂ ਗਾ ਲਿਆ, ਬਟ ਟੋਟਲੀ ਉਸਨੂੰ ਫੀਡ ਕਰ ਦਈਏ ਹਰ ਪਾਸੇ, ਬਸ ਮਾਰ ਦੂ ਚੱਕਦੀ, ਆਹ ਬ੍ਰਾਂਡ ਲੈ ਲਓ, ਆਹ ਗੱਡੀ ਲੈ ਲਓ। ਹੁਣ ਤੁਸੀਂ ਦੇਖੋ, ਬਹੁਤ ਹੀ ਕੰਗਾਲੀ ਦੀ ਤੁਸੀਂ ਗੱਲ ਕਰਦੇ ਹੋ ਜੀ। ਮੈਂ ਪਰਸਨਲੀ ਕਈ ਬੰਦਿਆਂ ਨੂੰ ਜਾਣਦਾ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ, ਹੈ ਨਾ। ਕਿਸੇ ਕੋਲ ਜਾਣਗੇ, ਗੁਰਦੇਵ ਵੀਰੇ ਤੇਰੀ ਕਾਰ ਬੜੀ ਵਧੀਆ, ਪਲੀਜ਼ ਦੇ ਦੇ ਯਾਰ, ਮੈਂ ਧੋ ਕੇ ਵਾਪਸ ਕਰਾਂਗਾ, ਬਿਲਕੁਲ ਸਾਫ਼ ਕਰਾਂਗਾ ਨਾ, ਮਿਹਨਤ ਵਾਲੀ ਗੱਲ ਆ ਜੀ। ਕੀ ਕਰਨੀ? ਮੈਂ ਗਾਣੇ 'ਚ ਫੁਕਰੀ ਮਾਰਨੀ। ਬਿਲਕੁਲ ਠੀਕ ਹੈ। ਨਕਲੀ ਬੰਦੂਕਾਂ ਲੈ ਕੇ, ਮਤਲਬ ਦੇਖਣ ਵਾਲੇ ਨੂੰ ਸਾਫ਼ ਪਤਾ ਵੀ ਇਹ ਝੂਠ ਹੈ, ਗਾਉਣ ਵਾਲੇ ਨੂੰ ਵੀ ਪਤਾ, ਉਹ 'ਚ ਮਤਲਬ 1% ਵੀ ਹੈ ਨਹੀਂ। ਤੁਸੀਂ ਕਿਸੇ ਸੂਰਮੇ ਬਾਰੇ ਕੋਈ ਗੱਲ ਕਰਦੇ ਹੋ, ਉਹਦਾ ਫਿਲਮਾਂਕਣ ਕਰਦੇ ਹੋ, ਜਿੱਦਾਂ ਜਿਉਣੇ ਮੋੜ ਦਾ, ਹੈ ਨਾ, ਤੁਸੀਂ ਦੱਸਦੇ ਹੋ, ਉਹ ਫਿਰ ਵੀ ਕਿਤੇ ਨਾ ਕਿਤੇ ਸਾਡਾ ਇਤਿਹਾਸ ਹੈ, ਤੁਹਾਨੂੰ ਆਉਂਦਾ ਵੀ ਇਹਦੇ ਪਿੱਛੇ ਕੋਈ ਸੱਚਾਈ ਹੈ, ਉਹਨੂੰ ਦੁਹਰਾਇਆ ਜਾ ਰਿਹਾ, ਕੁਛ ਦੱਸਿਆ ਜਾ ਰਿਹਾ। ਹੁਣ ਉਹ ਕਹਿੰਦੇ ਵੀ ਅਸੀਂ ਇਹ ਸਾਰਾ ਕੁਛ ਸਾਡੀ ਸੁਣੋ। ਬਿਲਕੁਲ। ਅਤੇ
ਉਹਦਾ ਬੇਸ ਕੀ ਹੈ? ਬਿਲਕੁਲ ਰੌਲਾ ਇਹ ਆ ਨਾ ਜੱਸੀ ਬਾਈ ਕਿ ਜਦੋਂ ਤੁਸੀਂ ਕਿਹਾ ਕਿ ਜਦੋਂ ਇੱਕ ਜਿਹੜਾ ਗਾਇਕ ਹੁੰਦਾ ਆ ਉਹ ਕਹਿ ਕੇ ਇਹ ਤਾਂ ਪੱਲਾ ਛਡਾ ਜਾਂਦਾ ਵੀ ਜਿਹੜੇ ਲੋਕ ਆ ਉਹ ਸੁਣਦੇ ਨਹੀਂ, ਅਸੀਂ ਕਰੀਏ ਕੀ। ਪਰ ਬਿਲਕੁਲ ਉਹਨਾਂ ਦੀ ਜਿਹੜੀ ਨੈਤਿਕ ਜ਼ਿੰਮੇਵਾਰੀ ਆ, ਉਹ ਉਹਨਾਂ ਇੱਕ ਤਰ੍ਹਾਂ ਦੇ ਰੋਲ ਮਾਡਲ ਆ। ਸਾਡਾ ਯੂਥ ਤਾਂ ਅੱਜ ਕੱਲ੍ਹ ਉਹਨਾਂ ਦੇ ਜਿਹੜੇ ਟੈਟੂ ਆ ਉਹ ਬਾਹਾਂ 'ਤੇ ਛਪਵਾਈ ਫਿਰਦਾ। ਹਾਂਜੀ, ਠੀਕ ਆ। ਪਰ ਜਦੋਂ ਉਹਨਾਂ ਦੇ ਜਿਹੜਾ ਜੋ ਕੁਛ ਉਹਨਾਂ ਵੱਲੋਂ ਗਾਇਆ ਜਾ ਰਿਹਾ ਜਾਂ ਪਰੋਸਿਆ ਜਾ ਰਿਹਾ, ਉਹਦਾ ਇੱਕ ਮਤਲਬ ਆ, ਉਹਦਾ ਇੱਕ ਮੈਸੇਜ ਆਉਂਦਾ ਆ। ਹੁਣ ਸਿਰਫ ਇਹ ਕਹਿ ਦੇਣਾ ਵੀ ਲੋਕੀ ਸੁਣਦੇ ਨਹੀਂ, ਕਈ ਇੱਦਾਂ ਦੇ ਗਾਇਕ ਆ, ਮੈਂ ਖਾਸ ਕਰਕੇ ਜੇ ਨਾਮ ਲਵਾਂ, ਹਰਭਜਨ ਮਾਨ, ਵਾਰਿਸ ਬ੍ਰਦਰ, ਠੀਕ ਆ, ਮਾਨ ਸਾਹਿਬ, ਸਤਿੰਦਰ ਸਰਤਾਜ, ਕਨਵਰ ਗਰੇਵਾਲ, ਬਹੁਤ ਸਾਰੇ ਅਣਗਿਣਤ ਗਾਇਕ ਆ ਜਿਨ੍ਹਾਂ ਨੇ ਅੱਜ ਤੱਕ ਕੋਈ ਮਾੜਾ ਗੀਤ ਨਹੀਂ ਗਾਇਆ। ਕੀ ਗੱਲ ਉਹ ਹਿੱਟ ਨਹੀਂ? ਉਹਨਾਂ ਦੇ ਮੇਰੇ ਖਿਆਲ ਜਿੰਨੇ ਵੀ ਉਹਨਾਂ ਦੇ ਸ਼ੋਜ਼ ਹੁੰਦੇ ਆ ਸਾਰੇ ਦੇ ਸਾਰੇ ਸੋਲਡ ਆਊਟ ਹੁੰਦੇ ਆ, ਉਹ ਵੀ ਤਾਂ ਲੋਕੀ ਸੁਣਨ ਜਾਂਦੇ ਆ। ਪਰ ਸਾਡੇ ਕਲਾਕਾਰਾਂ ਨੂੰ ਚਾਹੀਦੀ ਆ ਚੀਪ ਪਬਲਿਸਿਟੀ, ਅਤੇ ਉਹ ਚੀਪ ਪਬਲਿਸਿਟੀ ਅਸੀਂ ਦਿੰਦੇ ਉਹਨਾਂ ਨੂੰ। ਇਹ ਸਾਡੀ ਬਹੁਤੀ ਕੰਗਾਲੀ ਦੀ ਨਿਸ਼ਾਨੀ ਆ। ਮੇਰੇ ਤੁਸੀਂ ਇੱਕ ਗੱਲ ਨੋਟ ਕਰ ਲਿਓ, ਆਪਣੇ ਪੂਰੇ ਸਰਕਲ ਦੇ ਵਿੱਚ ਤੁਸੀਂ ਇੱਕ ਚੈੱਕ ਕਰ ਲਿਓ, ਜਿਹੜਾ ਬੰਦਾ ਤੁਹਾਨੂੰ ਆ ਕੇ ਇਹ ਦੱਸੇਗਾ ਨਾ ਗੁਰਦੀਪ ਵੀਰੇ ਤੈਨੂੰ ਪਤਾ ਉਹ ਸਿੰਗਰ ਨੇ ਉਹ ਸਿੰਗਰ ਬਾਰੇ ਇੱਦਾਂ ਕਹਿ ਤਾ, ਬਿਲਕੁਲ ਸਿਰੇ ਦਾ ਫੇਲੀਅਰ ਹੋਊਗਾ, ਰਿਪਲਾਈ ਦੇ ਦਿੱਤਾ, ਸਿਰੇ ਦਾ ਫੇਲੀਅਰ ਹੋਊਗਾ। ਤਾਂ ਕਿ ਉਹਦੇ ਕੋਲ ਇੰਨਾ ਵੇਸਟ ਕਰਨ ਲਈ ਟਾਈਮ ਹੈ ਕਿ ਉਹ ਸਿੰਗਰਾਂ ਨੂੰ ਫੋਲੋ ਕਰ ਰਿਹਾ, ਉਹਨਾਂ ਦੀ ਪਰਸਨਲ ਜ਼ਿੰਦਗੀ ਦੇ ਵਿੱਚ ਵੜ ਰਿਹਾ। ਦੈਟ ਮੀਨਸ ਕਿ ਆਪਣੀ ਪ੍ਰੋਡਕਟੀਵਿਟੀ ਉੱਤੇ ਤਾਂ ਜ਼ੀਰੋ ਕੰਮ ਕਰ ਰਿਹਾ। ਬਿਲਕੁਲ। ਉੱਥੇ ਫਿਰ ਤੁਹਾਡੀ ਬੌਧਿਕ ਸ਼ਮਤਾ ਕੀ ਕਰੇਗੀ? ਉੱਥੇ ਮੇਰੇ ਖਿਆਲ ਸਾਡੇ ਜਿਹੜਾ ਮੀਡੀਆ ਹਾਊਸਿਸ ਹੈ ਉਹਨਾਂ ਦੀ ਵੀ ਕਿਤੇ ਨਾ ਕਿਤੇ ਉਹਨਾਂ ਨੇ ਵੀ ਲਾਈਆਂ ਹੁੰਦੀਆਂ ਆ ਖਬਰਾਂ ਕਿ ਇਸ ਗਾਇਕ ਨੇ ਇਹਨੂੰ ਰਿਪਲਾਈ ਦਿੱਤਾ, ਆਹ ਲਾਈਨ ਇਹਨੇ ਇਹਦੇ ਬਾਰੇ ਕਹੀ। ਉਹ ਮੇਰੇ ਖਿਆਲ ਸਿਰਫ ਆਪਣੀ TRP ਵਧਾਉਣ ਲਈ ਜਾਂ ਕੰਟਰੋਵਰਸੀ ਤੋਂ ਫੇਮ ਖੱਟਣ ਲਈ ਉਹ ਚੀਜ਼ਾਂ ਉਹਨਾਂ ਨੂੰ ਪਬਲਿਸਿਟੀ ਦਿੰਦੀਆਂ। ਤਾਂ ਜਦੋਂ ਗਾਇਕਾਂ ਨੂੰ ਸਸਤੀ ਪਬਲਿਸਿਟੀ ਮਿਲਦੀ ਆ ਤਾਂ ਉਹ ਮਿਹਨਤ ਕਰਨੀ ਬੰਦ ਕਰ ਦਿੰਦੇ ਆ। ਮੈਂ ਖਾਸ ਕਰਕੇ ਜੇ ਨਾਮ ਲਵਾਂ ਤਾਂ ਹਰਮਨ ਚੀਮਾ, ਸੋਨੂ ਸੀਤੋਵਾਲੀਆ, ਜਿਹੜੇ ਮੈਨੂੰ ਲੱਗਦਾ ਕਿ ਇੱਕ ਲਾਈਨ ਵੀ ਢੰਗ ਨਾਲ, ਦੋ ਸ਼ਬਦ ਵੀ ਜੋੜ ਕੇ ਨਹੀਂ ਬੋਲ ਸਕਦੇ, ਪਰ ਸਾਡੇ ਲੋਕਾਂ ਨੇ ਉਹਨਾਂ ਨੂੰ ਸਿਰ 'ਤੇ ਭਾਇਆ ਆ। ਹਰਮਨ ਚੀਮੇ ਵਰਗਾ ਜਿਹੜਾ ਉਹ ਨਾਮ ਦਾ ਗਾਇਕ ਆ, ਉਹ ਆਸਟ੍ਰੇਲੀਆ 'ਤੇ ਟੂਰ ਤੱਕ ਲਾ ਗਿਆ। ਉਹਨੂੰ ਲਵਾਏ ਕਿੰਨੇ? ਮੈਂ ਤੁਹਾਨੂੰ ਦੱਸਦਾ, ਸਾਡੇ ਲੋਕਾਂ ਨੇ। ਕਹਿੰਦੇ ਕਮਾਨਾ ਹੈ ਅਗਰ ਨਾਮ ਤਾਂ ਹੋ ਜਾਓ ਬਦਨਾਮ। ਮੈਨੂੰ ਛੋਟੀ ਜਿਹੀ ਗੱਲ ਯਾਦ ਆਈ, ਕੋਈ ਸਿੰਗਰ ਚੜ੍ਹ ਜਾਂਦਾ ਸਟੇਜ 'ਤੇ ਲੱਗ ਜਾਂਦਾ ਕਿੱਲਣ, ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਹਨ, ਬੰਦਾ ਤੰਗ ਹੋ ਜਾਂਦਾ ਹੈ ਨਾ, ਅਤੇ ਉਹ ਪਿਸਟਲ ਕੱਢਦਾ ਟੇਬਲ 'ਤੇ ਰੱਖ ਲੈਂਦਾ, ਸਿੰਗਰ ਚੁੱਪ ਕਰ ਜਾਂਦਾ ਵੀ ਕਿਤੇ ਗੜਬੜ ਤਾਂ ਨਹੀਂ ਹੋ ਗਿਆ ਕੰਮ। ਉਹ ਕਹਿੰਦਾ ਨਹੀਂ ਤੂੰ ਗਾ ਜੀ। ਫਿਰ ਉਹ ਇੱਕ ਹੋਰ ਬੇਸੁਰਾ ਸੁਰ ਮਾਰਦਾ ਤਕੜਾ ਹੈ ਨਾ, ਵੀ ਉਹਨੂੰ ਉਹ ਖਪ ਜਾਂਦਾ, ਉਹ ਬੰਦੂਕ ਨੂੰ ਕੌਕ ਕਰਦਾ, ਕਹਿੰਦਾ ਵੀਰ ਜੀ ਗੋਲੀ ਨਾ ਮਾਰੇ, ਕਹਿੰਦਾ ਤੂੰ ਗਾ। ਕਹਿੰਦਾ ਮੈਂ ਤਾਂ ਉਹਨੂੰ ਲੱਭਣਾ ਜਿਹੜਾ ਤੈਨੂੰ ਲੈ ਕੇ ਆਇਆ। ਬਿਲਕੁਲ। ਹੁਣ ਇਹਨਾਂ ਦਾ ਕਸੂਰ ਨਹੀਂ, ਹੁਣ ਜਿਹੜੇ ਬੰਦੇ ਇਹਨਾਂ ਦਾ ਟੂਰ ਕਰਾਉਣ ਨੂੰ ਫਿਰਦੇ ਆ, ਗਲਤੀ ਤਾਂ ਉਹਨਾਂ ਦੀ ਹੈ। ਬਿਲਕੁਲ ਉਹੀ ਮੈਂ ਕਹਿ ਰਿਹਾ ਵੀ ਸੋਨੂ ਸੀਤੋਵਾਲੀਆ ਦਾ ਕਸੂਰ ਨਹੀਂ, ਹਰਮਨ ਚੀਮੇ ਦਾ ਕਸੂਰ ਨਹੀਂ। ਉਹ ਤੇ ਜਿਹੜਾ ਹਾਂ ਬਿਲਕੁਲ ਬਿਲਕੁਲ, ਉਹ ਪਤਾ ਨਹੀਂ, ਚਲੋ ਪਰਮਾਤਮਾ ਨੇ ਪਤਾ ਨਹੀਂ ਉਹਦੇ ਵਿੱਚ ਕੋਈ ਹੈ ਇੱਦਾਂ ਦਾ ਜਾਂ ਕਿੱਦਾਂ, ਮੈਂ ਉਹਨੂੰ ਮਿਲਿਆ ਨਹੀਂ ਗਾ ਪਰਸਨਲੀ ਤੌਰ 'ਤੇ, ਪਰ ਸਾਡੇ ਲੋਕਾਂ ਨੇ ਉਹਨਾਂ ਨੂੰ ਸਟੇਜਾਂ 'ਤੇ ਚੜ੍ਹਾ ਦਿੱਤਾ। ਹਰਮਨ ਚੀਮੇ ਵਰਗਾ ਜਿਹੜਾ ਇਨਸਾਨ ਆ, ਉਹ ਜਿਹੜੇ ਆ ਉਹ ਆਸਟ੍ਰੇਲੀਆ ਦੇ ਟੂਰ ਲਾ ਗਿਆ। ਕੀ ਕਲਾ ਆ ਉਹਦੇ 'ਚ? ਜਿਹੜੀ ਕਲਾ ਆ ਉਹ ਤਾਂ ਮੈਨੂੰ ਲੱਗਦਾ ਕਿ ਇੱਕ ਜਿਹੜੀ ਪਰਮਾਤਮਾ ਦੀ ਨਿਆਮਤ ਆ। ਅਤੇ ਕਿਉਂ ਬਹੁਤੀ ਕੰਗਾਲੀ, ਮੈਂ ਇੱਥੇ ਐਗਜ਼ਾਮਪਲ ਇੱਕ ਹੋਰ ਦੇਣੀ ਚਾਹੁੰਦਾ। ਤੁਹਾਨੂੰ ਯਾਦ ਹੋਣਾ ਪਿੱਛੇ ਜੇ ਜਦੋਂ ਅੰਬਾਨੀਆਂ ਨੇ ਦਲਜੀਤ ਨੂੰ ਬੁਲਾਇਆ ਸੀ, ਮੈਂ ਨਾ ਤਾਂ ਦਲਜੀਤ ਦੋਸਾਂਝ ਦਾ ਕੋਈ ਵਿਰੋਧੀ ਆ, ਨਾ ਉਹਦਾ ਫੈਨ ਆ। ਚੰਗੀ ਗਾਇਕੀ ਮੈਨੂੰ ਵਧੀਆ ਲੱਗਦੀ, ਮੈਨੂੰ ਉਹਦੇ ਗਾਣੇ ਵੀ ਬਹੁਤ ਸੋਹਣੇ ਲੱਗਦੇ ਆ, ਸੋਹਣੇ ਗਾਣੇ ਹੁੰਦੇ ਆ, ਸੋਹਣੀ ਆਵਾਜ਼ ਉਹਦੀ ਜਿਹੜੀ ਇਸ ਵਕਤ ਉਹਨੇ ਜਿਹੜਾ ਬੋਂਬੇ ਦੇ ਵਿੱਚ ਸਰਦਾਰਾਂ ਦੀ ਇੱਕ ਬਹੁਤ ਮਾੜੀ ਇਮੇਜ, ਇੱਕ ਉਹ ਜੋਕਰਾਂ ਵਾਂਗੂ ਬਣਾਇਆ ਜਾਂਦਾ ਸੀ, ਉਹਨਾਂ ਨੂੰ ਵਿਖਾਇਆ ਜਾਂਦਾ ਸੀ, ਫਿਲਮਾਂ ਦੇ ਵਿੱਚ ਫਿਲਮਾਂਕਣ ਕੀਤਾ ਜਾਂਦਾ ਸੀ। ਦਲਜੀਤ ਦੋਸਾਂਝ ਨੇ ਉਹ ਇਮੇਜ ਜਾ ਕੇ ਸੁਧਾਰੀ ਆ। ਉਹਨੇ ਦਿਖਾਇਆ ਵੀ ਨਹੀਂ, ਸਰਦਾਰ ਇੱਦਾਂ ਦੇ ਹੁੰਦੇ ਆ, ਸੋਹਣੀ ਪੱਗ ਬੰਨ੍ਹਦੇ ਆ, ਸੋਹਣੇ ਕੱਪੜੇ ਪਾਉਂਦੇ ਆ, ਸੋਹਣੇ ਬੋਲਦੇ ਆ। ਪਰ ਜਦੋਂ ਉਹਨੂੰ ਅੰਬਾਨੀਆਂ ਨੇ ਆਪਣੇ ਵਿਆਹ 'ਤੇ ਬੁਲਾਇਆ, ਉਹ ਇੱਕ ਗਾਇਕ ਆ, ਉਹਨੂੰ ਉਹਨਾਂ ਨੇ ਅੰਬਾਨੀਆਂ ਨੇ ਪੈਸਾ ਦਿੱਤਾ, ਸਾਡੇ ਲੋਕਾਂ ਨੇ ਸਾਰਾ ਇੰਟਰਨੈਟ ਭਰਤਾ ਕਿ ਉਹਨੇ ਪੱਗ ਦੀ ਲਾਜ, ਉਹਨੇ ਪੱਗ ਦੀ ਇੱਜ਼ਤ ਵਧਾਈ ਆ। ਮੈਨੂੰ ਇਹ ਨਹੀਂ ਸਮਝ ਲੱਗੀ ਕਿ ਉਹਨੇ ਸਿਰਫ ਆਪਣਾ ਪੈਸੇ ਲੈ ਕੇ ਗਾਣਾ ਗਾਇਆ ਉਹਨਾਂ ਦੇ ਸ਼ੋਅ 'ਤੇ, ਜੋ ਉਹਦਾ ਪ੍ਰੋਫੈਸ਼ਨ ਹੈ ਉਹਨੇ ਉਹ ਕੀਤਾ, ਉਹਦੇ ਵਿੱਚ ਪੱਗ ਦੀ ਇੱਜ਼ਤ ਕਿੱਥੋਂ ਵੱਧ ਗਈ? ਪਰ ਇਹ ਸਾਡੀ ਬਹੁਤੀ ਕੰਗਾਲੀ ਆ ਕਿ ਸਾਨੂੰ ਐਂ ਲੱਗਦਾ ਕਿ ਜੇ ਕੋਈ ਸਰਦਾਰ ਬੰਦਾ ਉਹਨਾਂ ਦੀ ਅੰਬਾਨੀਆਂ ਦੇ ਵਿਆਹ ਦੇ ਵਿੱਚ ਹਾਜ਼ਰੀ ਲਵਾਉਣਾ ਪੱਗ ਦੀ ਇੱਜ਼ਤ ਵਧਾਉਣਾ ਹੁੰਦੀ। ਬੜੀ ਤੁਸੀਂ ਵਧੀਆ ਗੱਲ ਕੀਤੀ ਹੈ। ਜਿੱਦਾਂ ਤੁਸੀਂ ਕਿਹਾ ਕਿ ਮੈਨੂੰ ਕਈ ਗਾਣੇ ਉਹਦੇ ਚੰਗੇ ਲੱਗਦੇ, ਕਈ ਮਾੜੇ ਲੱਗਦੇ ਹਨ। ਤੁਸੀਂ ਅੱਜ ਜੋ ਵੀ ਹੋ ਜ਼ਿੰਦਗੀ ਦੇ ਵਿੱਚ, ਤੁਸੀਂ ਆਪਣੀ ਚੋਇਸਿਸ ਕਰਕੇ ਹੋ, ਆਪਣੀ ਲਾਈਫ ਚੋਇਸਿਸ ਕਰਕੇ ਨਾ, ਤੁਸੀਂ ਬਾਜ਼ਾਰ ਜਾਂਦੇ ਹੋ, ਤੁਹਾਨੂੰ ਸ਼ਰਾਬ ਵੀ ਮਿਲਦੀ ਹੈ, ਬਿਲਕੁਲ ਦੁੱਧ ਵੀ ਮਿਲਦਾ, ਚੰਗੀ ਚੀਜ਼ ਮਿਲਦੀ ਹੈ, ਜਿਮ ਵੀ ਹੈਗਾ, ਕਲੱਬ ਵੀ ਹੈਗਾ। ਕਲੱਬ ਦੋ ਤਰ੍ਹਾਂ ਦੇ,
ਨੱਚਣ ਟੱਪਣ ਵਾਲਾ, ਇੱਕ ਫਿਜ਼ੀਕਲ ਕਲੱਬ ਜਿਹਨੂੰ ਕਹਿੰਦੇ ਨਾ, ਬਿਲਕੁਲ ਤੁਸੀਂ ਕੀ ਚੂਜ਼ ਕਰਦੇ ਹੋ? ਹੂੰ ਹੁਣ ਤੁਸੀਂ ਇਹ ਨਹੀਂ ਕਰਦੇ ਵੀ ਇਹ ਸਿੰਗਰ ਬਿਲਕੁਲ ਹੀ ਮਾੜਾ, ਤੇ ਬਹੁਤ ਚੰਗੇ ਗਾਣੇ ਵੀ ਆ, ਉਹ ਪਿਕ ਕਰੋ। ਕਈ ਸਿੰਗਰ ਆ ਉਹਨਾਂ ਦੇ ਕੁਛ ਗਾਣੇ ਮਾੜੇ ਆ, ਤੁਸੀਂ ਉਹਨਾਂ ਨੂੰ ਅਵੋਇਡ ਕਰ ਸਕਦੇ ਹੋ। ਬਿਲਕੁਲ ਠੀਕ ਹੈ ਨਾ। ਉਹਦਾ ਤੁਹਾਡੇ 'ਤੇ ਇਫੈਕਟ ਕੀ ਹੁੰਦਾ, ਤੁਹਾਡੇ ਬੱਚਿਆਂ ਦੇ ਕੀ ਇਫੈਕਟ ਹੁੰਦਾ, ਕੀ ਤੁਸੀਂ ਉਹਨੂੰ ਪਰਿਵਾਰ 'ਚ ਸੁਣ ਸਕਦੇ ਹੋ? ਉਹ ਤੁਹਾਡੇ ਦਿਮਾਗ 'ਤੇ ਕਿੱਦਾਂ ਦੀਆਂ ਪਰਤਾਂ ਚੜ੍ਹਾ ਰਹੇ 24 ਘੰਟੇ, ਮਤਲਬ ਇੱਕ ਜਿਹੜੀ ਹਿਊਮਨ ਟੈਂਪੋ ਆ ਨਾ, ਅਤੇ ਉਹਦੀ ਜਿਹੜੇ ਇੱਕ ਫਰੀਕੁਐਂਸੀ ਆ, ਉਹ ਗਾਣਿਆਂ ਦੇ ਹਿਸਾਬ ਨਾਲ, ਜਿੱਦਾਂ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਨਾ, ਨੈਚੁਰਲ ਵੋਇਸ ਆ, ਤੁਸੀਂ ਗੱਲ ਭਾਵੇਂ ਆਪਾਂ ਘੰਟਾ ਗੱਲਾਂ ਕਰੀਏ ਕੁਛ ਨਹੀਂ, ਤੁਸੀਂ ਕਦੀ ਇਹ ਚੀਜ਼ ਮਹਿਸੂਸ ਕਰਿਓ ਵੀ ਜਦੋਂ ਤੁਸੀਂ ਗਾਣਾ ਛੱਡਦੇ ਨਾ, ਡੁਮ 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 ਜ਼ਿਆਦਾ ਹੁੰਦੀ, ਜਿਹਨੂੰ ਬਾਸ, ਉਹ ਕਹਿੰਦਾ ਨਾ ਬਾਸਾਂ ਪਾੜਦੇ, ਕੋਈ ਜਿਹੜਾ ਮੁੱਖ ਮੰਤਰੀ ਵੀ ਸੀਗਾ ਨਾ ਇਹਦਾ, ਤੁਸੀਂ ਉਹ ਕਰਕੇ ਦੇਖ ਲਓ, ਅੱਧੇ ਘੰਟੇ 'ਚ ਤੁਸੀਂ ਐਂ ਥੱਕ ਜਾਓ, ਗਾਣਾ ਯਾਰ ਬੰਦ ਕਰ ਦਿਓ, ਥੋੜ੍ਹੇ ਚੱਲੇ ਤੁਸੀਂ ਪੰਪ ਅਪ ਹੋ ਜਾਂਦੇ ਹੋ, ਬਿਲਕੁਲ ਹੀ ਬੰਦਾ ਥੱਲੇ ਜਾ ਕੇ ਡਿੱਗਦਾ। ਅਤੇ ਨਾ ਤਾਂ ਉਹ ਮਿਊਜ਼ਿਕ ਤੁਹਾਨੂੰ ਸਕੂਨ ਦਿੰਦਾ ਹੈ ਨਾ, ਨਾ ਉਹ ਤੁਹਾਨੂੰ ਕੁਛ ਮੈਸੇਜ ਦਿੰਦਾ ਹੈ। ਜਾ ਕਿੱਧਰ ਰਹੇ? ਪਿੱਛੇ ਜੇ ਨਾ ਫਿਰ ਆਪਾਂ ਦਲਜੀਤ ਦੀ ਗੱਲ ਕਰਦੇ ਹਾਂ। ਪਿੱਛੇ ਜੇ ਫਿਲਮ ਆਈ ਭਾਈ ਦਲਜੀਤ ਚਮਕੀਲੇ ਦੀ ਫਿਲਮ ਆਈ, ਚਮਕੀਲਾ, ਜਿਹੜਾ ਨੈਟਫਲਿਕਸ 'ਤੇ ਫਿਲਮ ਬਣਾਈ ਗਈ, ਉਹਦੇ ਤੋਂ ਬਾਅਦ ਨਾ ਬਹੁਤ ਸਾਰੇ ਉੱਥੇ ਕਮੈਂਟ ਆਏ ਕਿ ਪੰਜਾਬ ਕੋਲੋਂ ਲੈਜੈਂਡਸ ਸਾਂਭੇ ਨਹੀਂ ਜਾਂਦੇ, ਪੰਜਾਬ ਦਾ ਜਿਹੜਾ ਇਹ ਲੈਜੈਂਡ ਸੀਗਾ ਇਹ ਵੀ ਮਾਰ ਦਿੱਤਾ ਗਿਆ। ਮੈਨੂੰ ਉਦੋਂ ਬੜੀ ਜ਼ਿਆਦਾ ਹੈਰਾਨੀ ਹੋਈ ਕਿ ਚਮਕੀਲੇ ਨੂੰ, ਚਲੋ ਹੋ ਸਕਦਾ ਉਹਦੀ ਗਾਇਕੀ ਦੇ ਕਈ ਫੈਨ ਹੋਣ, ਉਹਦੀ ਗਾਇਕੀ ਚੰਗੀ ਲੱਗਦੀ ਹੋਣੀ ਆ ਕਈਆਂ ਨੂੰ, ਕਿਸੇ ਨੂੰ ਨਹੀਂ। ਹਰ ਬੰਦੇ ਦਾ ਆਪਣਾ ਟੇਸਟ ਹੁੰਦਾ ਹੈ, ਆਪਣਾ ਇੱਕ ਜਿਹੜਾ ਸੁਣਨ ਦਾ ਔਰਾ ਹੁੰਦਾ, ਕਿੱਦਾਂ ਦੇ ਉਹਨੂੰ ਗਾਣੇ ਚੰਗੇ ਲੱਗਦੇ। ਕਈਆਂ ਨੂੰ ਚਮਕੀਲਾ ਵੀ ਵਧੀਆ ਲੱਗਦਾ ਹੁੰਦਾ ਹੋਣਾ ਆ, ਪਰ ਉਹਨੂੰ ਲੈਜੈਂਡ ਕਹਿਣਾ, ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ, ਮਾਫ਼ ਕਰਿਓ ਗੱਲਾਂ ਕੌੜੀਆਂ ਲੱਗਣਗੀਆਂ ਤੁਹਾਨੂੰ ਸ਼ਾਇਦ, ਜਿਹੜੇ ਉਹਨੂੰ ਲੈਜੈਂਡ ਕਹਿੰਦੇ ਆ, ਉਹ ਆਪਣੀ ਧੀ ਦੇ ਕੋਲ ਬਹਿ ਕੇ ਜਾਂ ਆਪਣੀ ਭੈਣ ਦੇ ਕੋਲ ਬਹਿ ਕੇ ਇਹ ਗਾਣੇ ਸੁਣ ਸਕਦੇ ਆ ਕਿ ਉਹ ਮੈਨੂੰ ਸਾਰਾ ਦਿਨ ਤੱਕਦਾ ਰਿਹਾ, ਮੈਂ ਸਿਖਰ ਦੁਪਹਿਰੇ ਨਹਾਉਂਦੀ ਸੀ। ਉਹ ਇਹ ਗਾਣੇ ਸੁਣ ਸਕਦੇ ਆ ਕਿ ਜਿੰਨੇ ਕੰਡਾ ਕੱਢਿਆ ਨਾ ਭੈਣ ਦੀ ਨਨਾਣ ਦਾ, ਮੈਂ ਇੱਦਾਂ ਦੇ ਆਪਾਂ ਲਫ਼ਜ਼ ਵਰਤ ਨਹੀਂ ਸਕਦੇ ਜਿੱਦਾਂ ਦੇ ਉਹ ਵਰਤਦਾ ਹੁੰਦਾ ਸੀ। ਅਤੇ ਇਹੋ ਜਿਹੇ ਗਾਇਕ ਨੂੰ ਤੁਸੀਂ ਲੈਜੈਂਡ ਕਹਿੰਦੇ ਹੋ। ਸਾਡੀ ਜਿਹੜੀ ਬੌਧਿਕ ਕੰਗਾਲੀ ਆ ਨਾ, ਇਹਦਾ ਇਹ ਐਗਜ਼ਾਮਪਲਾਂ ਆ, ਅਤੇ ਇੱਦਾਂ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਾਂ ਆ। ਬਿਲਕੁਲ ਸਹੀ ਕਿਹਾ ਤੁਸੀਂ। ਉਹ ਹੁਣ ਆਪਾਂ ਥੋੜ੍ਹੀ ਤੁਹਾਨੂੰ ਮੈਂ ਇੱਕ ਹੋਰ ਟੌਪਿਕ ਦੱਸਦਾ ਹਾਂ। ਨੇਚਰ ਦਾ ਇੱਕ ਲਾਅ ਆ ਵੀ ਜਿੰਨੀਆਂ ਤੁਸੀਂ ਕੈਲਰੀਜ਼ ਇਨਟੇਕ ਕਰਦੇ ਹੋ, ਜੇ ਤੁਸੀਂ ਉਹ ਤੋਂ ਜ਼ਿਆਦਾ ਕੈਲਰੀਜ਼ ਬਰਨ ਨਹੀਂ ਕਰਦੇ, ਤੁਸੀਂ ਫਿੱਟ ਨਹੀਂ ਹੋ ਸਕਦੇ। ਬਿਲਕੁਲ। ਆਪਾਂ ਜਿਮ 'ਚ ਹੀ ਮਿਲੇ, ਬਿਲਕੁਲ, ਉੱਥੇ ਆਪਾਂ ਕੀ ਲੈਣ ਜਾਂਦੇ ਹਾਂ? ਗੁੱਡ ਹੈਲਥ। ਬਿਲਕੁਲ। ਜੇ ਉਹ ਗੁੱਡ ਹੈਲਥ ਸਾਨੂੰ ਇੱਕ ਗੋਲੀ ਖਾ ਕੇ ਮਿਲਦੀ ਹੈ, ਸਾਨੂੰ ਕੀ ਲੋੜ ਪਈ ਉੱਥੇ ਜਾਣ ਦੀ? ਬਿਲਕੁਲ। ਅੱਜ ਕੱਲ੍ਹ ਇਹ ਬੜਾ ਰਿਵਾਜ ਤੁਰਿਆ, ਆਹ 3 ਪੁੜੀਆਂ ਖਾ ਲਓ, ਇੰਨੇ ਦਿਨਾਂ 'ਚ ਪਤਲੇ ਹੋ ਜਾਓ, ਇੰਨੇ ਦਿਨਾਂ 'ਚ ਭਾਰ ਘਟਾ ਲਓ, ਜੀ ਘਟਾ ਲਓ। ਮੇਰੀ ਬੇਨਤੀ ਹੈ ਵੀਰੇ, ਤੁਹਾਨੂੰ ਹਾਰਮੋਨਿਕ ਇੰਬੈਲੈਂਸ ਵੀ ਹੋ ਸਕਦਾ ਹੈ। ਬਿਲਕੁਲ ਹੁੰਦਾ, ਤਾਂ ਹੁੰਦਾ ਆ। ਤੁਹਾਨੂੰ ਹੋਰ ਵੀ ਕਈ ਬਿਮਾਰੀਆਂ ਲੱਗ ਸਕਦੀਆਂ। ਮੈਂ ਕੋਈ ਡਾਕਟਰ ਨਹੀਂ, ਤੁਸੀਂ ਕਿਸੇ ਡਾਕਟਰ ਨੂੰ ਕੰਸਲਟ ਕਰ ਲਓ ਪਲੀਜ਼। ਉਹਦੇ ਜਿਹੜੇ ਇਨਗਰੀਡੀਐਂਟਸ ਨੇ, ਉਹ ਪਾਣੀ ਦੇ ਵਿੱਚ ਤਲਵਾਰ ਮਾਰਨਾ, ਪਾਣੀ ਨੂੰ ਤੁਸੀਂ ਨਹੀਂ ਵੱਢ ਸਕਦੇ। ਬਿਲਕੁਲ। ਹਵਾ ਨੂੰ ਤੁਸੀਂ ਇੱਦਾਂ ਕਰਕੇ ਨਹੀਂ ਰੋਕ ਸਕਦੇ। ਬਿਲਕੁਲ। ਯੂ ਕੈਨੋਟ ਗੋ ਅਗੇਂਸਟ ਦ ਨੇਚਰ। ਮੇਰੇ ਖਿਆਲ ਸਾਡੀ ਪ੍ਰੋਬਲਮ ਵੀ ਜੱਸੀ ਭਾਈ ਉੱਥੇ ਆ, ਜਦੋਂ ਅਸੀਂ ਨੇਚਰ ਤੋਂ ਦੂਰ ਹੋ ਗਏ, ਓਪੋਜ਼ਿਟ ਜਾ ਰਹੇ ਹਾਂ। ਪਤਲੇ ਹੋਣ ਦਾ ਕੀ ਤਰੀਕਾ? ਰਨਿੰਗ ਲਾਓ, ਡਾਈਟ ਕੰਟਰੋਲ ਕਰੋ, ਐਕਸਰਸਾਈਜ਼ ਕਰੋ, ਪਸੀਨਾ ਕੱਢੋ ਜੀ। ਅਤੇ ਜੇ ਕੋਈ ਦਵਾਈ ਖਾ ਕੇ ਸੌਂ ਜਾਓ, ਸਵੇਰੇ ਉੱਠ ਕੇ ਤੁਹਾਡਾ 2 ਕਿਲੋ ਭਾਰ ਘੱਟ ਜਾਊਗਾ। ਮੈਂ ਨਹੀਂ ਕਹਿੰਦਾ ਨਹੀਂ ਘਟੂਗਾ, ਪਰ ਉਹ ਅਨਨੈਚੁਰਲ ਤਰੀਕੇ ਨਾਲ ਘਟੂਗਾ। ਜਿਹੜਾ ਉਹ ਭਾਰ ਘਟੂਗਾ, ਉਹ ਬਾਅਦ 'ਚੋਂ ਕਿੰਨਾ ਨੁਕਸਾਨ ਕਰੂਗਾ, ਜਾਂ ਉਸ ਗੋਲੀ ਨੇ ਨੁਕਸਾਨ ਕਿੰਨਾ ਕੀਤਾ, ਉਹ ਤੁਹਾਨੂੰ ਪਤਾ ਹੀ ਨਹੀਂ। ਤੁਹਾਡੇ ਅੰਦਰੋਂ ਕੀ ਕੁਛ ਖੁਰ ਜਾਣਾ ਹੈ, ਉਹਦੀਆਂ ਤੁਹਾਨੂੰ ਲੌਂਗ ਟਰਮ ਕੀ ਭਰਪਾਈਆਂ ਦੇਣੀਆਂ ਪੈਣੀਆਂ, ਇਹ ਵੀ ਤਾਂ ਸੋਚੋ ਨਾ। ਬਿਲਕੁਲ। ਸੋ ਜੇ ਆਪਾਂ ਮੁੱਦੇ ਵੱਲ ਵਾਪਸ ਆਈਏ ਜੱਸੀ ਬਾਈ, ਕਿ ਜਿਹੜੀ ਅਸੀਂ ਕੀ ਕੁਛ ਸੁਣਦੇ ਹਾਂ, ਫਿਰ ਆਪਾਂ ਗੱਲ ਆਪਣੇ, ਮੈਂ ਹਰ ਐਪੀਸੋਡ 'ਚ ਕਰਦਾ, ਇਹ 'ਚ ਵੀ ਮੈਂ ਕਰਨੀ ਆ, ਕਿ ਅਸੀਂ ਜੋ ਕੁਛ ਸੁਣਦੇ ਹਾਂ, ਜੋ ਕੁਛ ਵੇਖਦੇ ਹਾਂ। ਜੇ ਅੱਜ ਕੱਲ੍ਹ ਜਿਹੜਾ ਇੱਕ ਟਾਈਮ 'ਤੇ ਹੁੰਦਾ ਸੀ, ਦੂਰਦਰਸ਼ਨ ਦਾ ਜ਼ਮਾਨਾ ਹੁੰਦਾ ਸੀ, ਐਂਟੀਨਾ ਘੁਮਾ ਕੇ ਫਿਲਮ ਵੇਖੀ ਦੀ ਹੁੰਦੀ, ਇੱਕ ਫਿਲਮ ਦਾ ਇੰਤਜ਼ਾਰ। ਹੁਣ ਫਿਲਮਾਂ ਦਾ ਜਿਹੜਾ ਭੰਡਾਰ ਹੈ, ਉਹ ਸਾਡੀ ਜੇਬਾਂ 'ਚ ਪਿਆ ਹੈ, ਨੈਟਫਲਿਕਸ, ਐਮਾਜ਼ੋਨ, ਪਰ ਅਸੀਂ ਦੇਖਣਾ ਕੀ ਆ, ਅਸੀਂ ਸੁਣਨਾ ਕੀ ਆ, ਇਹ ਸਾਡੇ 'ਤੇ ਡਿਪੈਂਡ ਕਰਦਾ। ਕਿਉਂਕਿ ਅਸੀਂ ਜੋ ਕੁਛ ਸੁਣਾਂਗੇ, ਜੋ ਕੁਛ ਦੇਖਾਂਗੇ, ਉਹਦਾ ਪ੍ਰਭਾਵ ਸਾਡੇ ਬੱਚਿਆਂ 'ਤੇ ਪਊਗਾ। ਅਤੇ ਜਿਹੜੇ ਬੱਚੇ ਆ, ਉਹ ਮੈਨੂੰ ਲੱਗਦਾ ਕਿ ਉਹਨਾਂ ਦੀ ਸ਼ਖਸੀਅਤ ਵੀ ਉੱਦਾਂ ਦੀ ਹੋਊਗੀ। ਇਸ ਕਰਕੇ ਜਿਹੜੀ ਮੈਂ ਬੌਧਿਕ ਕੰਗਾਲੀ ਦਾ ਵਰਡ ਜਿਹੜਾ, ਉਹ ਬਹੁਤ ਵੱਡੇ ਮਾਇਨੇ ਹੈ ਇਸ ਚੀਜ਼ ਦੇ, ਪਰ ਸਹੀ ਮਾਇਨੇ ਦੇ ਵਿੱਚ ਅਸੀਂ ਬੌਧਿਕ ਕੰਗਾਲ ਹੋ ਰਹੇ ਹਾਂ, ਕਿਉਂਕਿ ਅਸੀਂ ਇਹ ਚੀਜ਼ਾਂ ਦੇ ਜਿਹੜੇ ਰਿਜ਼ਲਟ ਆ, ਉਹ ਸੋਚਦੇ ਨਹੀਂ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਮੈਂ ਫਿਰ ਤੋਂ ਕਹਿੰਦਾ ਕਿ ਬੜੇ ਇੱਦਾਂ ਦੇ ਗਾਇਕ ਆ, ਗਾਇਕੀ ਮਾੜੀ ਨਹੀਂ ਹੈਗੀ, ਮਿਊਜ਼ਿਕ ਸੁਣਨਾ ਮਾੜਾ ਨਹੀਂ ਹੈਗਾ, ਪਰ ਕੁਛ ਚੰਗਾ ਸੁਣੋ,
ਮਾਨ ਸਾਹਿਬ ਹੁਣਾਂ ਨੂੰ ਸੁਣੋ, ਹਰਭਜਨ ਮਾਨ ਹੁਣਾਂ ਨੂੰ ਸੁਣੋ, ਵਾਰਿਸ ਬ੍ਰਦਰ ਨੂੰ ਸੁਣੋ, ਕਨਵਰ ਗਰੇਵਾਲ, ਸਤਿੰਦਰ ਸਰਤਾਜ, ਪਤਾ ਨਹੀਂ ਅਣਗਿਣਤ ਨਾਂ ਆ ਜਿਨ੍ਹਾਂ ਦੇ ਗਾਣਿਆਂ ਦੇ ਮਤਲਬ ਆ, ਜਿਨ੍ਹਾਂ ਦੇ ਗਾਣੇ ਤੁਹਾਨੂੰ ਕੋਈ ਸੇਧ ਦਿੰਦੇ ਆ, ਉੱਦਾਂ ਦੀਆਂ ਕੁਝ ਸੁਣੋ। ਜੇ ਉਸ ਤੋਂ ਵੀ ਅੱਗੇ ਜਾ ਸਕਦੇ ਹੋ ਤਾਂ ਵਾਰਾਂ ਸੁਣੋ। ਮੈਂ ਫਿਰ ਆਪਣੀ ਐਗਜ਼ਾਮਪਲ ਦਿੰਦਾ ਆ, ਮੈਂ ਕੋਈ ਆਪਣੀ ਵਾਹੀ ਖੱਟਣ ਲਈ ਨਹੀਂ ਦਿੰਦਾ, ਪਰ ਮੈਂ ਥੋੜ੍ਹਾ ਜਿਹਾ ਚੇਂਜ ਲਿਆਂਦਾ। ਪਹਿਲੋਂ ਮੈਂ ਵੀ ਗਾਣੇ ਲਾਉਂਦਾ ਹੁੰਦਾ ਸੀ ਗੱਡੀ ਦੇ ਵਿੱਚ, ਜਦੋਂ ਅਸੀਂ ਇਕੱਠੇ ਟਰੈਵਲ ਕਰਦੇ ਸੀ, ਸਾਡੇ ਬੱਚੇ ਕਰਦੇ ਹੁੰਦੇ ਸੀ, ਅਤੇ ਉਦੋਂ ਉਹ ਡੁੰਮ ਵਾਲੇ ਹਥਿਆਰਾਂ ਵਾਲੇ ਗਾਣੇ ਮੈਂ ਵੀ ਪਹਿਲਾਂ ਲਾਉਂਦਾ। ਬਾਅਦ 'ਚੋਂ ਮੈਂ ਸੋਚਿਆ ਕਿ ਅਸੀਂ ਆਪਣੇ ਮਤਲਬ ਮੈਂ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਬੱਚਿਆਂ ਨੂੰ ਕੁਛ ਐਸੀ ਚੀਜ਼ ਦੇ ਰਿਹਾ ਹਾਂ, ਗਲਤ ਡਾਇਰੈਕਸ਼ਨ 'ਚ ਲੈ ਕੇ ਜਾ ਰਹੇ ਹਾਂ। ਉਸ ਤੋਂ ਬਾਅਦ ਅਸੀਂ ਚੇਂਜ ਕੀਤਾ ਕਿ ਅਸੀਂ ਜਦੋਂ ਵੀ ਬਹਿੰਦੇ ਹਾਂ ਗੱਡੀ ਦੇ ਵਿੱਚ ਵਾਰਾਂ ਲਾਉਂਦੇ ਹਾਂ, ਕਵਿਸ਼ਰੀ ਲਾਉਂਦੇ ਹਾਂ। ਅਤੇ ਮੈਨੂੰ ਲੱਗਦਾ ਕਿ ਹੁਣ ਬੱਚਿਆਂ ਨੇ ਕਦੀ ਕਿਹਾ ਹੀ ਨਹੀਂ ਕਿ ਗਾਣੇ ਲਾਓ, ਹਮੇਸ਼ਾ ਉਹ ਕਦੀ ਕਹਿਣਗੇ ਆਹ ਵਾਰ ਲਾ ਦਿਓ, ਆਹ ਲਾ ਦਿਓ। ਅਤੇ ਉਹ ਇੰਨਾ ਸੋਹਣਾ ਉਹਨਾਂ 'ਤੇ ਅਸਰ ਹੋ ਰਿਹਾ। ਇਸ ਕਰਕੇ ਜੋ ਕੁਛ ਤੁਸੀਂ ਸੁਣਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਪਰੋਸ ਰਹੇ ਹੋ, ਆਪਣੀ ਜ਼ਿੰਦਗੀਆਂ 'ਚ ਪਰੋਸ ਰਹੇ ਹੋ। ਇਸ ਕਰਕੇ ਥੋੜ੍ਹਾ ਜਿਹਾ ਸੋਚੀਏ। ਇਹਦਾ ਬੌਧਿਕ ਕੰਗਾਲੀ ਦਾ ਜਿਹੜਾ ਅਗਲਾ ਜਿਹੜਾ ਐਗਜ਼ਾਮਪਲ ਆ ਉਹ ਹੈਗੇ ਜੱਸੀ ਭਾਈ, ਅੱਜ ਕੱਲ੍ਹ ਦੇ ਜਿਹੜੇ ਅਸੀਂ ਵਲੋਗਰ ਸਿਰ 'ਤੇ ਚੁੱਕੇ ਆ, ਜਿਹੜੇ ਮੈਨੂੰ ਲੱਗਦਾ ਕਿ ਜਿਹੜਾ ਵੀ ਨਵਾਂ ਜੋੜਾ ਵਿਆਹਿਆ ਜਾਂਦਾ ਆ, ਉਹ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਜਿਹੜਾ ਕੰਮ ਹੁੰਦਾ ਉਹਦਾ ਸੋਸ਼ਲ ਮੀਡੀਆ 'ਤੇ ਅਕਾਊਂਟ ਬਣਾਉਣਾ ਹੁੰਦਾ। ਮਿਸਟਰ ਐਂਡ ਮਿਸਿਸ ਗਿੱਲ, ਮਾਫ਼ ਕਰਿਓ ਮੈਂ ਕੋਈ ਗਿੱਲ ਰੰਧਾਵਾ ਕਿਸੇ ਮਗਰ ਨਹੀਂ, ਪਰ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਕਿ ਜਿਹੜਾ ਵੀ ਨਵਾਂ ਵਿਆਹਿਆ ਜੋੜਾ ਸਭ ਤੋਂ ਪਹਿਲਾਂ, ਕਿਉਂਕਿ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ 'ਚ ਉਹਨਾਂ ਨੂੰ ਲੱਗਦਾ ਕਿ ਪੈਸਾ ਕਮਾਉਣ ਦਾ, ਪ੍ਰਸਿੱਧ ਹੋਣ ਦਾ ਸਭ ਤੋਂ ਸੌਖਾ ਤਰੀਕਾ ਇਹੋ ਹੀ ਆ। ਅਤੇ ਅਗੇਨ ਉਹ ਉਹਨਾਂ ਦਾ ਕਸੂਰ ਨਹੀਂ, ਉਹਨਾਂ ਨੂੰ ਵਾਕਈ ਹੀ ਪੈਸਾ ਮਿਲਦਾ ਆ, ਵਾਕਈ ਪ੍ਰਸਿੱਧੀ ਮਿਲਦੀ ਆ, ਘਰ ਬੈਠਿਆਂ ਉਹ ਲੱਖਾਂ ਰੁਪਈਏ ਕਮਾ ਰਹੇ ਆ, ਪਰ ਉਹ ਪ੍ਰਸਿੱਧੀ ਦੇ ਕੌਣ ਰਿਹਾ? ਫਿਰ ਅਸੀਂ ਦੇ ਰਹੇ ਹਾਂ। ਇਹਦੇ ਨਾਲ ਇੱਕ ਹੋਰ ਚੀਜ਼ ਵੀ ਜੁੜੀ ਹੈ ਨਾ, ਵੀ ਜਦੋਂ ਕੋਈ, ਜਿੱਦਾਂ ਤੁਸੀਂ ਪਹਿਲੇ ਗੱਲ ਕੀਤੀ ਵੀ ਐਕਸੀਡੈਂਟਲ ਸਿੰਗਰ ਉੱਭਰ ਕੇ ਆਉਂਦਾ ਹੈ ਨਾ, ਉਹਨੂੰ ਸਾਰੇ ਫੋਟੋਆਂ ਖਿਚਾ ਰਹੇ ਆ, ਉਹਦੇ ਫੇਮ ਹੈ, ਪਰ ਇਸ ਚੱਕਰ ਦੇ ਵਿੱਚ ਕਿੰਨੇ ਘਰ ਤਬਾਹ ਵੀ ਹੋ ਗਏ, ਕਿੰਨੇ ਲੋਕ ਵੀ ਗਏ, ਕਈਆਂ ਦੇ ਕਿੱਲੇ ਵਿਕ ਗਏ, ਘਰ ਵਿਕ ਗਏ। ਹੁਣ ਇੱਕ ਵਲੋਗਰ ਆ ਜਿਹੜਾ ਕੱਲ ਵੀ ਬਾਈ ਮਿਸਟੇਕ ਹਿੱਟ ਹੋ ਗਿਆ ਹੈ ਨਾ, ਕਿੰਨੇ ਲੋਕ ਇੱਦਾਂ ਨੇ ਜਿੰਨੇ ਰੁਲ ਵੀ ਗਏ ਇਸ ਚੱਕਰਾਂ 'ਚ, ਜਿਨ੍ਹਾਂ ਦੇ ਤਲਾਕ ਹੋ ਗਏ। ਅਤੇ ਤੁਸੀਂ ਆਪਣੀ ਜ਼ਿੰਦਗੀ ਦਾ ਸਿਰਫ ਗੁੱਡ ਪਾਰਟ ਸ਼ੋਅ ਕਰ ਰਹੇ ਹੋ। ਲਿਟਲ ਨੌਲੇਜ ਇਜ਼ ਵੈਰੀ ਡੇਂਜਰਸ ਥਿੰਗ। ਜਿੱਦਾਂ ਉਹ ਗਾਣੇ ਦੇ ਫਿਰ ਲੋਕਾਂ ਨੇ ਕਹਿਣਾ ਪਿਓ ਪਤਾ ਨਹੀਂ ਕਿਉਂ ਦਿਲਜੀਤ ਦੇ ਪਿੱਛੇ ਪੈ ਗਿਆ, ਕਹਿੰਦਾ ਜਿੱਥੇ ਹੁੰਦੀ ਹੈ ਪਾਬੰਦੀ ਹਥਿਆਰ ਦੀ ਨਹੀਂ, ਉੱਥੇ ਜੱਟ ਫੈਰ ਕਰਦਾ। ਮੈਂ ਕਿਹਾ ਵੀਰ ਜੀ ਅੱਗੇ ਵੀ ਦੱਸੋ, ਫਿਰ ਜੱਟ ਨਾਲ ਹੁੰਦਾ ਕੀ ਹੈ, ਉਹਦੀ ਫੈਮਿਲੀ ਨਾਲ ਕੀ ਹੁੰਦਾ, ਪੂਰੀ ਸਟੋਰੀ ਦੱਸੋ ਨਾ। ਬਿਲਕੁਲ ਠੀਕ ਹੈ ਨਾ। ਤੁਸੀਂ ਹਥਿਆਰ ਯੂਜ਼ ਕਰਕੇ ਦੇਖ ਲਓ ਜਿੱਥੇ ਪਾਬੰਦੀ ਪਤਾ ਜਾਂਦਾ ਲੱਗਦਾ। ਬਿਲਕੁਲ। ਅਤੇ ਉਹ ਜਿਹੜੇ ਲੋਕ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਉਹ ਬਹਿੰਦੇ ਨੇ ਬੜਾ ਹੈ ਨਾ, ਮਿੱਠੀਆਂ ਗੱਲਾਂ ਮਾਰਦੇ ਨੇ ਵਲੋਗਰਸ, ਉਹ ਮੈਨੂੰ ਲੱਗਦਾ ਜਦੋਂ ਕੈਮਰਾ ਬੰਦ ਕਰਦੇ ਨੇ ਉਦੋਂ ਮਾਂ ਭੈਣ ਵੀ ਭਾਵੇਂ ਕਰ ਲੈਂਦੇ ਨੇ ਇੱਕ ਦੂਜੇ ਦੀ। ਬਿਲਕੁਲ। ਬਾਅਦ 'ਚ ਭਾਵੇਂ ਜੁੰਡੀ ਹੁੰਦੇ ਹੋ। ਇਮੋਸ਼ਨਸ ਤੋਂ ਬਿਨਾਂ ਜ਼ਿੰਦਗੀ ਕੀ ਹੈ? ਰੁੱਸਣਾ, ਮਨਾਉਣਾ, ਹੱਸਣਾ, ਉਹ ਬਿਲਕੁਲ ਜਿਹੜੀ ਮੈਨੂੰ ਲੱਗਦਾ ਕਿ ਬਿਲਕੁਲ ਹੀ ਨਕਲੀ ਜ਼ਿੰਦਗੀ, ਸਾਫ਼ ਪਤਾ ਵੀ ਲੱਗਦਾ ਹੁੰਦਾ। ਕਈ ਤਾਂ ਇੱਦਾਂ ਦੇ ਐਪੀਸੋਡਸ ਹੁੰਦੇ ਆ, ਮੈਂ ਬਹੁਤ ਸਾਰੇ ਇੱਦਾਂ ਦੇ ਜਾਣਦਾ ਆ, ਮੈਂ ਦੇਖੇ ਵੀ ਆ, ਪਰ ਮੈਨੂੰ ਦੇਖ ਕੇ ਨਾ ਮਤਲਬ ਹਾਸਾ ਵੀ ਆਉਂਦਾ ਅਤੇ ਗੁੱਸਾ ਵੀ ਚੜ੍ਹਦਾ ਵੀ ਕਿਹੜੇ ਲੋਕ ਆ ਜਿਹੜੇ ਇਹਨਾਂ ਨੂੰ ਦੇਖਦੇ ਆ। ਕਈਆਂ ਨੇ ਤਾਂ ਐਪੀਸੋਡ ਇੱਦਾਂ ਦੇ ਬਣਾਏ ਕਿ ਅੱਜ ਸਾਡੇ ਵਿਆਹ ਨੂੰ 1 ਮਹੀਨਾ ਹੋ ਗਿਆ, ਮੇਰੇ ਘਰ ਵਾਲੇ ਨੇ ਮੈਨੂੰ ਆਹ ਦਿੱਤਾ, ਮੇਰੇ ਫੁੱਲਾਂ ਦੀ ਸੇਜ ਸਜਾਈ ਆ, ਮੈਂ ਉਹ ਮਤਲਬ ਆਉਂਦੀ ਆ ਕਮਰੇ ਬਾਹਰੋਂ ਆਉਂਦੀ ਆ ਅਤੇ ਗੇਟ ਤੋਂ ਲੈ ਕੇ ਬੈੱਡਰੂਮ ਤੱਕ ਫੁੱਲਾਂ ਦੀ ਸੇਜ ਸਜਾਈ ਹੋਈ ਆ। ਅਤੇ ਜਿਹੜੀਆਂ ਸਾਡੀਆਂ ਘਰ ਬੈਠੇ, ਮਾਫ਼ ਕਰਿਓ, ਪਰ ਜਿਹੜੀਆਂ ਸਾਡੀਆਂ ਬੀਬੀਆਂ ਆ ਜਾਂ ਸਾਡੇ ਵੀਰ ਆ, ਉਹ ਇਹ ਸੋਚ ਕੇ ਹੀ, ਖਾਸ ਕਰਕੇ ਬੀਬੀਆਂ, ਉਹ ਇਹ ਸੋਚ ਕੇ ਹੀ ਪਰੇਸ਼ਾਨ ਹੋਈ ਜਾਂਦੀਆਂ ਕਿ ਮੇਰਾ ਘਰ ਵਾਲਾ ਇੱਦਾਂ ਕਿਉਂ ਨਹੀਂ ਕਰਦਾ। ਬਹੁਤ ਸਾਰੇ ਡਿਵੋਰਸ ਹੋਣ ਦਾ ਰੇਟ ਜਿਹੜਾ ਡਿਵੋਰਸ ਰੇਟ ਵਧਣ ਦਾ ਕਾਰਨ ਜਿਹੜਾ ਆ ਉਹ ਆ ਵਲੋਗਰ ਆ। ਸੱਚੀ ਗੱਲ ਪੁੱਛਾਂ ਭਾਜੀ, ਮੈਨੂੰ ਪਤਾ ਹੀ ਨਹੀਂ ਇੱਕ ਵੀ ਬਲੌਗਰ ਇੱਦਾਂ ਦੀ ਨਹੀਂ ਜਿਹਨੂੰ ਮੈਂ ਜਾਣਦਾ ਹਾਂ, ਜਿਹਨੂੰ ਮੈਂ ਫੋਲੋ ਕਰਦਾ ਹਾਂ। ਜਾਣਦਾ ਮੈਂ ਵੀ ਨਹੀਂ, ਮੈਂ ਸੁਣਦਾ ਆ। ਹਾਂ, ਮੈਂ ਜਾਣਦਾ ਨਹੀਂ, ਪਰ ਆਪਾਂ ਜਦੋਂ ਗੱਲ ਕਰਨੀ ਹੁੰਦੀ ਉਹਦੇ ਬਾਰੇ ਜਾਣਨਾ ਜ਼ਰੂਰੀ ਹੁੰਦਾ ਆ। ਮੈਂ ਤਾਂ ਕਰਕੇ ਤੁਸੀਂ ਦੇਖ ਸਕਦੇ, ਬਟ ਜਿਹੜਾ ਸਾਡੇ ਵਰਗਾ ਤੁਹਾਡੇ ਵਰਗਾ ਸਿਆਣਾ ਬੰਦਾ ਆ, ਉਹ ਤਾਂ ਮਤਲਬ ਸਵਾਲ ਹੀ ਨਹੀਂ ਪੈਂਦਾ, ਉਸ ਗਲੀ 'ਚੋਂ ਲੰਘਦੇ ਹੀ ਨਹੀਂ ਆਪਾਂ। ਬਟ ਹਾਂ, ਕਿਤੇ ਨਾ ਕਿਤੇ ਤੁਹਾਡੀ ਮਾਨਸਿਕਤਾ ਨੂੰ ਢਾਹ 'ਤੇ ਲਾਉਂਦੇ ਆ। ਬਿਲਕੁਲ ਢਾਹ ਲਾਉਂਦੀਆਂ, ਕਿਉਂਕਿ ਬਹੁਤ ਸਾਰੇ ਮੈਂ ਇੱਦਾਂ ਦੀਆਂ ਦੇਖੀਆਂ ਆ, ਮੇਰੀਆਂ ਭੈਣਾਂ ਵੇਖੀਆਂ ਇੱਦਾਂ ਦੀਆਂ ਜਿਹੜੀਆਂ ਰੋਂਦੀਆਂ ਆ, ਜਿਹੜੀਆਂ ਕਹਿੰਦੀਆਂ ਕਿ ਸਾਡੀ ਜ਼ਿੰਦਗੀ ਇੱਦਾਂ ਦੀ ਕਿਉਂ ਨਹੀਂ ਆ। ਜਿਹੜੇ ਮੈਂ ਇਕੱਲੀਆਂ ਭੈਣਾਂ ਦੀ ਗੱਲ ਨਹੀਂ ਕਰਦਾ, ਸਾਡੇ ਜਿਹੜੇ ਨੌਜਵਾਨ ਆ ਉਹ ਵੀ ਇੱਕ ਫਿਲਮੀ ਜ਼ਿੰਦਗੀ ਇਹਨਾਂ ਦੀ, ਉਹ ਜਿੱਦਾਂ ਤੁਸੀਂ ਕਿਹਾ ਕਿ ਉਹ ਅੱਧੇ ਘੰਟੇ ਦੀ ਜ਼ਿੰਦਗੀ ਤੋਂ ਬਾਅਦ ਜਿਹੜੇ 23-23.5 ਘੰਟੇ ਆ, ਉਦੋਂ ਕੀ ਕਰਦੇ ਆ, ਉਦੋਂ ਉਹਨਾਂ ਦੀ ਉਹ ਜਿਹੜਾ ਜੋ ਕੁਛ ਸ਼ੋਅ ਕਰ ਰਹੇ ਉਹ ਤੋਂ ਪੈਸਾ ਕਮਾ ਰਹੇ ਆ, ਉਹ ਤੋਂ ਪ੍ਰਸਿੱਧੀ, ਪਰ ਉਸ ਕਰਕੇ ਤੁਸੀਂ ਆਪਣੀ ਜ਼ਿੰਦਗੀ ਖਰਾਬ ਕਰ ਲੈਣੀ ਕਿ ਮੇਰੀ ਜ਼ਿੰਦਗੀ ਇੱਦਾਂ ਦੀ ਕਿਉਂ ਨਹੀਂ ਆ। ਇਹ ਤਾਂ ਸਾਡੀ ਬੌਧਿਕ ਕੰਗਾਲੀ ਦਾ ਸਬੂਤ ਆ। ਕਿਸੇ ਦਾ ਮੂੰਹ ਲਾਲ ਦੇ ਕੇ ਤੁਸੀਂ ਆਪਦਾ ਚਪੇੜਾ ਮਾਰ ਕੇ ਲਾਲ ਕਰ ਲਓ। ਤੇ ਦ ਡੈਵਲ ਇਜ਼ ਇਨ ਦ ਡੀਟੇਲ। ਜੇ ਤੁਸੀਂ ਡਿਟੇਲ 'ਚ ਜਾਓਗੇ ਤੇ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ ਵੀ
ਜ਼ਿੰਦਗੀ ਦੀ ਜਿਹੜੀ ਹਕੀਕਤ ਕੀ ਹੈ, ਜ਼ਮੀਨੀ ਹਕੀਕਤ ਕੀ ਹੈ, ਜੀ, ਵੀ ਕਿੱਦਾਂ ਕਮਾਈਆਂ ਹੁੰਦੀਆਂ, ਕਿੱਦਾਂ ਸੇਵਿੰਗਸ ਹੁੰਦੀਆਂ, ਕਿੱਦਾਂ ਤੁਸੀਂ ਪ੍ਰੋਬਲਮਸ ਤੋਂ ਉੱਭਰ ਕੇ ਆਉਂਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਵੀ ਅਸਲ ਜ਼ਿੰਦਗੀ ਦੇ ਮਾਇਨੇ ਕੀ ਹੈ। ਉਹ ਬਸ ਇੱਕ ਫਿਲਮੀ ਜਾਂ ਦੇਖ ਕੇ ਤੇ ਤੁਸੀਂ ਸੋਚਦੇ ਵੀ ਸਾਡੀ ਜ਼ਿੰਦਗੀ ਵੀ ਇੱਦਾਂ ਦੀ ਹੋਣੀ ਚਾਹੀਦੀ ਹੈ, ਉਹ ਫੇਕ ਹੈ, ਇਲਿਊਜ਼ਨ ਆ ਉਹ। ਬਿਲਕੁਲ। ਇਹ ਜੇ ਵਲੋਗਰਸ ਦਾ ਇੱਕ ਪੱਖ ਹੋਰ ਹੈ ਜਿਹੜਾ ਨਾ, ਮਤਲਬ ਹੁਣ ਤੁਸੀਂ ਦੇਖਿਆ ਹੋਣਾ ਆ ਜੱਸੀ ਬਾਈ ਕਿ ਪਿਛਲੇ ਕੁਝ ਸਮੇਂ ਤੋਂ ਨਾ ਸਾਡੇ ਬਹੁਤ ਸਾਰੇ ਇੱਦਾਂ ਦੇ ਜਿਹੜੇ ਮੁੰਡੇ ਆ ਉਹ ਕੁੜੀਆਂ ਵਰਗੇ ਹੁੰਦੇ ਜਾ ਰਹੇ ਆ, ਕੁੜੀਆਂ ਮੁੰਡਿਆਂ ਵਰਗੀਆਂ ਹੁੰਦੀਆਂ ਜਾ ਰਹੀਆਂ। ਉਹਦੇ ਬਾਰੇ ਬਹੁਤ ਸਾਰੇ ਸਾਇੰਸਦਾਨ ਇੱਦਾਂ ਦੇ ਕਹਿੰਦੇ ਕਿ ਹਾਰਮੋਨ ਚੇਂਜ ਹੋ ਰਹੇ, ਉਹਦੇ ਬਹੁਤ ਸਾਰੇ ਕਾਰਨ ਆ। ਪਰ ਮੈਂ ਗੱਲ ਅੱਜ ਉਸ ਚੀਜ਼ ਦੀ ਨਹੀਂ ਕਰ ਰਿਹਾ, ਮੈਂ ਗੱਲ ਕਰ ਰਿਹਾ ਸਾਡੀ ਬੌਧਿਕ ਕੰਗਾਲੀ ਦੀ। ਜਿਹੜੇ ਇੱਦਾਂ ਦੇ ਲੋਕ ਆ, ਜਿਹੜੇ ਮੁੰਡਾ ਹੋ ਕੇ ਵੀ ਕੁੜੀ ਵਰਗਾ ਮਹਿਸੂਸ ਕਰਦੇ ਆ, ਉਹ ਫਿਰ ਨੇਚਰ ਦੇ ਉਹ ਸਹੀ ਜਾਂ ਗਲਤ ਆ ਉਹ ਆਪਾਂ ਵੱਖਰਾ ਛੱਡ ਦਿੰਦੇ ਹਾਂ। ਪਰ ਤੁਸੀਂ ਹਰੇਕ ਇੱਦਾਂ ਦਾ ਇਨਸਾਨ ਚੁੱਕ ਕੇ ਵੇਖਿਓ, ਉਹਦਾ ਸੋਸ਼ਲ ਮੀਡੀਆ ਅਕਾਊਂਟ ਖੋਲ੍ਹ ਕੇ ਵੇਖਿਓ, ਉਹਦੇ ਹਜ਼ਾਰਾਂ ਲੱਖਾਂ ਫੋਲੋਅਰਸ ਆ। ਉਹਨਾਂ ਨੂੰ ਮੈਂ ਪਿੱਛੇ ਜਿਹੇ ਇੱਕ ਵੀਡੀਓ ਵੇਖ ਰਿਹਾ ਸੀ ਜਿੱਥੇ ਪੰਜਾਬ ਦੇ ਵਿੱਚ ਸਕੂਲ ਦੇ ਵਿੱਚ ਇੱਕ ਐਸੇ ਇਨਸਾਨ ਨੂੰ ਚੀਫ ਗੈਸਟ ਬਣਾ ਕੇ ਬੁਲਾਇਆ ਗਿਆ। ਅਸੀਂ ਆਪਣੇ ਬੱਚਿਆਂ ਨੂੰ ਕੀ ਦੇਣ ਦੇ ਰਹੇ ਹਾਂ, ਕੀ ਦੇਣ ਦੇ ਰਹੇ ਵੀ ਸਾਡੇ ਬੱਚੇ, ਹਾਂ ਜਿਹੜੇ ਸਾਡੇ ਬੱਚੇ ਆ ਉਹ ਕੀ ਸਿੱਖਣਗੇ ਵੀ ਜੇ ਇੱਦਾਂ ਦਾ ਕੁਛ ਕਰਕੇ ਪ੍ਰਸਿੱਧੀ ਲਈ ਜਾ ਸਕਦੀ ਹੈ ਤੇ ਉਹ ਕਿਉਂ ਨਹੀਂ ਲੈਣਗੇ। ਉਹਨਾਂ ਨੂੰ ਇਹਦੇ ਵਿੱਚ ਕੀ ਗਲਤ ਲੱਗੂਗਾ ਜੇ ਅਸੀਂ ਉਹਨਾਂ ਨੂੰ ਸੁਪਰਸਟਾਰ ਬਣਾ ਰਹੇ ਹਾਂ। ਦੂਜੇ ਪਾਸੇ ਜਿਹੜੇ ਮਨੁੱਖਤਾ ਦੀ ਸੇਵਾ ਵਰਗੇ ਜਿਹੜੇ ਵੀਰ ਆ, ਗੁਰਪ੍ਰੀਤ ਸਿੰਘ ਹੁਣੀ, ਜਿਹੜੇ ਮੈਨੂੰ ਲੱਗਦਾ ਕਿ ਇਹੋ ਜਿਹੇ ਪਰਮਾਤਮਾ ਉਹਨਾਂ ਨੂੰ ਇੰਨਾ ਕੁ ਬਲ ਬਖਸ਼ੇ, ਉਹ ਇੰਨਾ ਸੋਹਣਾ ਕੰਮ ਕਰ ਰਹੇ ਆ। ਇਹੋ ਜਿਹੇ ਉਹਨਾਂ ਨੇ ਰੂਹਾਂ ਦੀ ਸੇਵਾ ਕੀਤੀ ਹੈ, ਇਹੋ ਜਿਹੀਆਂ ਜਾਨਾਂ ਬਚਾਈਆਂ ਜਿਹੜੇ ਪਤਾ ਨਹੀਂ ਬਿਲਕੁਲ ਹੀ ਜਿਨ੍ਹਾਂ ਦੀ ਜ਼ਿੰਦਗੀ ਖਤਮ ਸੀ, ਪਰ ਉਹਨਾਂ ਲਈ ਅਸੀਂ ਕਿੰਨੀ ਕੁ ਸਪੋਰਟ ਕਰਦੇ ਹਾਂ। ਇਹ ਫਿਰ ਸਾਡੀ ਬੌਧਿਕ ਕੰਗਾਲੀ ਆ, ਫਿਰ ਸਾਡੀ ਬੌਧਿਕ ਕੰਗਾਲੀ ਦਾ ਜਲੂਸ ਹੈ, ਐਗਜ਼ਾਮਪਲ ਆ। ਫੋਕਸ ਨਹੀਂ ਨਾ ਜਾ ਰਿਹਾ ਉਸ ਪਾਸੇ ਨੂੰ, ਫੋਕਸ ਗਲਤ ਪਾਸੇ ਜਾ ਰਿਹਾ। ਜਿਸ ਚੀਜ਼ 'ਤੇ ਤੁਸੀਂ ਫੋਕਸ ਕਰੋਗੇ ਉਹੀ ਚੀਜ਼ ਮਲਟੀਪਲਾਈ ਹੋਣੀ ਸ਼ੁਰੂ ਹੋ ਜਾਏਗੀ ਜੀ। ਜੇ ਚੰਗੀਆਂ ਚੀਜ਼ਾਂ ਨਾਲ ਫੋਕਸ ਕਰੋਗੇ ਤਾਂ ਉਹ ਮਲਟੀਪਲਾਈ ਹੁੰਦੇ ਨਹੀਂ, ਤੇ ਨੈਗੇਟਿਵਿਟੀ ਤੇ ਪੋਜ਼ੀਟਿਵਿਟੀ ਤੋਂ ਤੇਜ਼ ਹੁੰਦੀ ਹੈ। ਬਿਲਕੁਲ, ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਜਿਹਦੇ ਵਰਗਾ ਅਸੀਂ ਬਣਨਾ ਚਾਹੁੰਦੇ ਆ ਉਹ ਇਨਸਾਨ ਦੀ ਕਾਬਲੀਅਤ ਕੀ ਆ। ਇੱਕ ਚੀਫ ਗੈਸਟ ਇੱਕ ਇੱਦਾਂ ਦਾ ਬੰਦਾ ਆ ਵੀ ਜਿਹਦੇ ਬਾਰੇ ਡਿਸਕ੍ਰਿਪਸ਼ਨ ਦੇਣੀ ਵੀ ਸਾਨੂੰ ਚੰਗੀ ਨਹੀਂ ਲੱਗਦੀ, ਉਹਦੇ ਬਾਰੇ ਗੱਲ ਕਰਨੀ ਚੰਗੀ ਨਹੀਂ ਲੱਗਦੀ। ਬਿਲਕੁਲ, ਜਦੋਂ ਬੱਚੇ ਉਹਨਾਂ ਦੇ ਸਾਹਮਣੇ ਲੈ ਕੇ ਕਿਸੇ ਨੂੰ ਬਿਠਾ ਦਿਓ, ਉਹਨਾਂ ਤਾੜੀਆਂ ਮਾਰੀ ਦੇਣੀਆਂ। ਹਾਂ ਬਿਲਕੁਲ। ਪਰ ਉਹਨੂੰ ਜਿਹੜਾ ਲੈ ਕੇ ਆ ਰਿਹਾ ਬੰਦਾ, ਜਿਹੜਾ ਇੱਕ ਐਡਲਟ ਹੈ, ਇੱਕ ਤੁਸੀਂ ਐਜੂਕੇਸ਼ਨ ਸੈਂਟਰ ਚਲਾ ਰਹੇ ਹੋ ਨਾ, ਤੁਸੀਂ ਵਿੱਦਿਆ ਦਾ ਮੰਦਿਰ ਕਹਿੰਦੇ ਇਹਨੂੰ ਜੀ, ਉੱਥੇ ਤਾਂ ਕਈ ਥਾਵਾਂ ਤੋਂ ਲੋਕੀ ਚੱਪਲਾਂ ਵੀ ਨਹੀਂ ਪਾ ਕੇ ਜਾਂਦੇ, ਹੈ ਨਾ। ਬਿਲਕੁਲ। ਤੇ ਤੁਸੀਂ ਇੱਕ ਇਹੋ ਜਿਹੇ ਬੰਦੇ ਨੂੰ ਲੈ ਕੇ ਆ ਰਹੇ ਹੋ ਵੀ ਜਿਹਦੀ ਕੋਈ ਪਰਸਨਲ ਪ੍ਰੋਬਲਮ ਉਹਦੀ ਜਿੱਦਾਂ ਵੀ ਹਰ ਅਸੀਂ ਉਹ ਨਹੀਂ ਕਹਿ ਰਹੇ ਕਿ ਉਹਦੇ ਵਿੱਚ ਉਹ ਜਿਹੜੀ ਚੀਜ਼ ਆ ਉਹ ਕਿਉਂ ਆਈ ਆ, ਉਹ ਕੁਦਰਤੀ ਆ ਜਾਂ ਉਹ, ਪਰ ਅਸੀਂ ਉਸ ਚੀਜ਼ ਨੂੰ ਕਿੱਦਾਂ ਬੜਾਵਾ ਦੇ ਹੈਗੀ ਆ। ਹਾਂ, ਜਿਹੜੇ ਉਹਨੂੰ ਫੋਲੋ ਕਰਦੇ ਉਹਨਾਂ ਦੀ ਕੀ ਆ। ਬਿਲਕੁਲ ਬਿਲਕੁਲ, ਮਤਲਬ ਉਹੀ ਕਹਿ ਰਹੇ ਨਾ, ਉਹਨਾਂ ਨੂੰ ਵੇਖ ਕੇ। ਨਾਲੇ ਜੱਸੀ ਬਾਈ ਜਿਹੜੇ ਸਾਡੇ ਨਿੱਕੇ ਨਿੱਕੇ ਨਿਆਣੇ ਆ, ਜਿਹੜੇ ਜਿੱਦਾਂ ਤੁਸੀਂ ਕਿਹਾ ਕਿ ਚੀਫ ਗੈਸਟ ਜਦੋਂ ਆਉਂਦਾ ਆ ਉਹਦੀ ਅਸੀਂ ਇੰਟਰੋਡਕਸ਼ਨ ਦਿੰਦੇ ਹਾਂ, ਉਸ ਇਨਸਾਨ ਦੀ ਕੀ ਇੰਟਰੋਡਕਸ਼ਨ ਦਿੱਤੀ ਹੋਊਗੀ ਕਿ ਕੀ ਦੇਣ ਆ ਸੁਸਾਇਟੀ ਨੂੰ। ਅਤੇ ਜਦੋਂ ਸਾਡੇ ਬੱਚੇ ਵੇਖਣਗੇ ਵੀ ਉਹ ਕੌਣ ਆ ਕਿਤੇ, ਕਿਉਂਕਿ ਅੱਜ ਕੱਲ੍ਹ ਤਾਂ ਸਾਡੇ ਬੱਚਿਆਂ ਕੋਲੋਂ ਵੀ ਐਕਸੈਸ ਤਾਂ ਦੂਰ ਨਹੀਂ ਨਾ, ਇੰਟਰਨੈਟ ਉਹਨਾਂ ਕੋਲ ਵੀ ਹੈਗਾ, ਫੋਨ ਉਹਨਾਂ ਕੋਲ ਵੀ ਹੈਗੇ, ਉਹ ਵੇਖਣਗੇ ਕੌਣ ਆ ਇਹ ਇਨਸਾਨ। ਅਤੇ ਜਦੋਂ ਉਹਨਾਂ ਨੂੰ ਇਹ ਪਤਾ ਲੱਗੂਗਾ ਕਿ ਇੱਦਾਂ ਵੀ ਪ੍ਰਸਿੱਧੀ ਲਈ ਜਾ ਸਕਦੀ ਆ, ਅਤੇ ਕੌਣ ਮਿਹਨਤ ਕਰਕੇ ਪ੍ਰਸਿੱਧੀ ਲਊਗਾ, ਕੌਣ ਮਿਹਨਤ ਕਰਕੇ ਕਾਮਯਾਬੀ ਲਊਗਾ। ਇਹ ਫਿਰ ਸਾਡੀ ਬੌਧਿਕ ਕੰਗਾਲੀ ਦਾ ਹੀ ਇੱਕ ਬਹੁਤ ਵੱਡੀ ਐਗਜ਼ਾਮਪਲ ਆ। ਮੈਨੂੰ ਲੱਗਦਾ ਹੈ ਕਿ ਪਿਛਲੇ ਤਕਰੀਬਨ 10 ਸਾਲ ਮੈਂ ਕਾਲਜਾਂ ਦੇ ਵਿੱਚ ਐਜ਼ ਅ ਟੀਚਰ ਕੰਮ ਕੀਤਾ, ਹੈ ਨਾ ਜੀ। ਮੈਂ ਜਦੋਂ ਉਹਨਾਂ ਨੂੰ ਕੋਈ ਵੀ ਟੌਪਿਕ ਦਿੰਦਾ ਸੀ ਵੀ ਇਹ ਪੜ੍ਹੋ, ਕੁਛ ਦੱਸਦਾ ਸੀ, ਹੈ ਨਾ, ਅਤੇ ਜਦੋਂ ਮੈਂ ਅਸੈਸਮੈਂਟਸ ਉਹਨਾਂ ਦੀਆਂ ਸਿਲੈਕਟ ਕਰਦਾ ਸੀ, ਉਹ ਹਰ ਚੀਜ਼ ਦੀ ਡੈਫੀਨੇਸ਼ਨ। ਮੈਂ ਕਹਿੰਦਾ ਯਾਰ ਪੜ੍ਹ ਵੀ ਲਓ, ਪੁੱਛਿਆ ਕੀ ਹੈ, ਬਿਲਕੁਲ ਸਮਝੋ ਤਾਂ ਸਹੀ, ਪੜ੍ਹੋ, ਫਿਰ ਹੀ ਤੁਸੀਂ ਉਹਦਾ ਉੱਤਰ ਸਹੀ ਲਿਖ ਪਾਓਗੇ ਨਾ। ਬਿਲਕੁਲ। ਕਈਆਂ ਨੂੰ ਮੈਂ ਇੰਡਾਇਰੈਕਟਲੀ ਗੁੱਸੇ ਵੀ ਹੋਇਆ, ਹੈ ਨਾ, ਫਿਰ ਮੈਂ ਉਹਦਾ ਧਿਆਨ ਕੀਤਾ, ਵਿਸ਼ਲੇਸ਼ਣ ਕੀਤਾ। ਮੈਂ ਕਿਹਾ ਜਿਹੜੇ ਸੈਕਟਰ ਤੋਂ ਅਸੀਂ ਆਏ ਹਾਂ ਉੱਥੇ ਸਾਨੂੰ ਸਿਖਾਇਆ ਹੀ ਜਾਂਦਾ ਹਰ ਚੀਜ਼ ਦੀ ਡੈਫੀਨੇਸ਼ਨ, ਡੈਫੀਨੇਸ਼ਨ। ਹੁਣ ਤੁਸੀਂ ਮੈਨੂੰ ਦੱਸੋ ਵੀ ਕੇਸ ਸਟੱਡੀ ਕੀ ਚੀਜ਼ ਹੁੰਦੀ ਹੈ। ਸਾਨੂੰ ਪਹਿਲੀ ਵਾਰੀ ਪਤਾ ਲੱਗਾ ਜਦੋਂ ਅਸੀਂ ਆਇਲਸ ਐਗਜ਼ਾਮ ਦੇਣਗੇ, ਹੁਣ ਇੱਥੇ ਅਸੀਂ ਆਉਂਦੇ ਹਾਂ, ਬਿਲਕੁਲ ਤੁਹਾਨੂੰ ਉਸ ਸੋਚਣ 'ਤੇ ਮਜਬੂਰ ਕਰਦੇ ਰਿਐਲਿਟੀ ਕੀ ਚੀਜ਼ ਹੈ। ਮੈਂ ਆਪਣੇ ਇੱਕ ਕਲੀਗ ਦੇ ਨਾਲ ਗਿਆ, ਕਹਿੰਦੇ ਅਸੀਂ ਇੰਡਸਟਰੀ ਕੰਸਲਟੇਸ਼ਨ ਕਰਨ ਜਾਣਾ। ਮੈਂ ਉਹ ਕੀ ਹੁੰਦੀ ਆ? ਜਿਹੜੇ ਇੰਡਸਟਰੀ ਦੇ ਬੰਦੇ ਨੇ ਉਹਨਾਂ ਨੂੰ ਜਾ ਕੇ ਉਹ ਪੇਪਰਸ ਫੜਾਉਂਦੇ ਨੇ, ਉਹ ਦੱਸਦੇ ਵੀ ਤੁਸੀਂ ਇੰਡਸਟਰੀ 'ਚ ਕੀ ਚੇਂਜਿਸ ਚਾਹੁੰਦੇ ਹੋ, ਉਹ ਫਿਰ ਟਿਕ ਕਰਦੇ ਨੇ, ਉਹਦੇ ਬੇਸਿਸ 'ਤੇ ਆਪਣਾ ਨਵਾਂ ਕਰਿਕੂਲਮ ਤਿਆਰ ਕਰਦੇ ਨੇ। ਕਿੰਨਾ ਰੀਅਲ ਹੈ। ਬਿਲਕੁਲ।
ਰਟਾਇਆ ਚੀਜ਼ਾਂ। ਹੁਣ ਮੈਂ BCA ਕੀਤੀ ਜਦੋਂ, ਇੱਕ ਸਮੈਸਟਰ 'ਚ 6 ਸਬਜੈਕਟ ਹੁੰਦੇ, ਤੀਜੇ ਸਮੈਸਟਰ 'ਚ ਜਾ ਕੇ ਮੈਨੂੰ ਪਹਿਲੇ ਸਮੈਸਟਰ ਦੇ ਸਬਜੈਕਟਾਂ ਦੇ ਨਾਂ ਭੁੱਲ ਗਏ। ਬਿਲਕੁਲ ਠੀਕ ਆ। ਪੜ੍ਹਿਆ ਸਾਰਾ ਕੁਛ, ਆਉਂਦਾ ਕੁਛ ਵੀ ਨਹੀਂ। ਫਿਰ ਉੱਥੇ ਜਾ ਕੇ ਬੰਦਾ ਕਰੇ ਕੀ? ਹੁਣ ਕਈ ਲੋਕ ਤਾਂ ਇਸ ਚੀਜ਼ ਨੂੰ ਓਬਜ਼ਰਵ ਕਰ ਲੈਂਦੇ ਨੇ, ਜਾਂ ਉਹ ਕਿਤਾਬਾਂ ਪੜ੍ਹ ਲੈਂਦੇ ਨੇ ਕਿ ਚੰਗੀ ਸੰਗਤ 'ਚ ਚੱਲ ਜਾਂਦੇ ਨੇ, ਜਾਂ ਉਹਨਾਂ ਨੂੰ ਇਨਵਾਇਰਮੈਂਟ ਇੱਦਾਂ ਦਾ, ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਸਮਝਾ ਦਿੰਦੇ ਨੇ, ਕੋਈ ਸਿਆਣਾ ਸਮਝਾ ਦਿੰਦਾ। ਕਈ ਲੋਕ ਅੱਜ ਕੱਲ੍ਹ ਬਹੁਤ ਆਈਸੋਲੇਟਡ ਨੇ। ਇੱਕ ਮੈਨੂੰ ਸੱਜਣ ਕਹਿੰਦਾ ਵੀ ਭਾਜੀ ਜਿਹੜੀ ਤੁਸੀਂ ਗੱਲਾਂ ਕਰਦੇ ਜਨਰੇਸ਼ਨ ਗੈਪ ਹੈ। ਮੈਂ ਕਿਹਾ ਜਨਰੇਸ਼ਨ ਗੈਪ ਨਹੀਂ ਹੈ, ਬਿਲਕੁਲ ਇਹ ਉਦੋਂ ਤੋਂ ਵੀ ਬਹੁਤ ਥੱਲੇ ਜਾ ਚੁੱਕਾ, ਬਹੁਤ ਥੱਲੇ ਜਾ ਚੁੱਕਾ। ਬਿਲਕੁਲ ਠੀਕ ਹੈ ਨਾ। ਜਨਰੇਸ਼ਨ ਗੈਪ ਤਾਂ ਦੇਖੋ ਕਹਿੰਦਾ ਵੀ ਜਦੋਂ ਜਨਰੇਸ਼ਨ ਗੈਪ ਤਾਂ ਮੈਨੂੰ ਲੱਗਦਾ ਕਿ ਹਰੇਕ ਜਨਰੇਸ਼ਨ 'ਚ ਆਉਂਦਾ। ਸਾਡੇ ਜਿਹੜੇ ਸਾਡੇ ਬਾਬੇ ਦਾਦੇ ਆ ਉਹਨਾਂ ਨਾਲ ਸਾਡਾ ਵੀ ਜਨਰੇਸ਼ਨ ਗੈਪ ਬਦਲ ਜਾਂਦਾ। ਬਿਲਕੁਲ, ਪਰ ਚੀਜ਼ ਨਹੀਂ ਬਦਲਦੀ, ਸੋਚ ਨਹੀਂ ਬਦਲਦੀ। ਪਰ ਜਿਹੜਾ ਸੋਚ ਦੇ ਵਿੱਚ ਨਿਘਾਰ ਆ ਰਿਹਾ, ਖਾਸ ਕਰਕੇ ਸਾਡੇ ਯੂਥ ਦੇ ਵਿੱਚ, ਜਿਹੜਾ ਜਿਸ ਤਰੀਕੇ ਨਾਲ ਸਾਡਾ ਯੂਥ ਮਿਸ ਡਾਇਰੈਕਸ਼ਨਲ ਹੋ ਰਿਹਾ ਆ, ਉਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਉਹੀ ਗੱਲ ਕਰ ਰਹੇ ਹਾਂ ਕਿ ਅਸੀਂ ਬੌਧਿਕ ਕੰਗਾਲੀ ਵੱਲ ਜਾ ਰਹੇ ਹਾਂ। ਇਹਦੀ ਇੱਕ ਹੋਰ ਐਗਜ਼ਾਮਪਲ ਜਿਹੜੀ ਆ ਉਹ ਹੈਗੀ ਆ ਕਿ ਜਿਹੜਾ ਅਸੀਂ ਸੋਸ਼ਲ ਮੀਡੀਆ ਆ ਉਹਨੂੰ ਇੱਕ ਐਸਾ ਹਥਿਆਰ ਬਣਾ ਲਿਆ ਜਿੱਥੇ ਅਸੀਂ ਆਪਣੇ ਨਿੱਜੀ ਰਿਸ਼ਤਿਆਂ ਦਾ ਵੀ ਜਲੂਸ ਕੱਢਦੇ ਹਾਂ। ਵਟਸਐਪ ਆ, ਤੁਸੀਂ ਸਵੇਰੇ ਉੱਠ ਕੇ ਅਤੇ ਸਟੇਟਸ ਸਾਰਿਆਂ ਦੇ ਚੈੱਕ ਕਰਦੇ ਹੋ। ਕਿਸੇ ਦਾ ਹੋਊਗਾ, ਕੋਈ ਕਿਸੇ ਨੇ ਮੋਟੀਵੇਸ਼ਨਲ ਵੀਡੀਓ ਲਾਈ ਹੋਊਗੀ, ਕਿਸੇ ਨੇ ਪਰਮਾਤਮਾ ਦੀ ਕੋਈ ਵੀਡੀਓ ਲਾਈ ਹੁੰਦੀ ਆ। ਪਰ ਬਹੁਤ ਸਾਰੇ ਇੱਦਾਂ ਦੇ ਹੁੰਦੇ ਆ ਜਿਹਨੇ ਨੌਂ ਨੇ ਆਪਣੀ ਸੱਸ ਨੂੰ ਤਾਨਾ ਮਾਰਿਆ ਹੁੰਦਾ, ਜਿਹੜੀ ਸੱਸ ਆ ਉਹਨੇ ਆਪਣੇ ਨੌਂ ਨੂੰ, ਮੈਨੂੰ ਤਾਂ ਨਹੀਂ ਕਿਹਾ। ਬਿਲਕੁਲ ਜਦੋਂ ਲੜਾਈ ਹੁੰਦੀ ਆ ਤਾਂ ਸਭ ਤੋਂ ਪਹਿਲਾਂ ਘਰ ਜਾ ਕੇ ਤਾਂ ਉਹਦਾ ਸਟੇਟਸ ਵੇਖੀਦਾ, ਜਿਹਨੇ ਸਟੇਟਸ ਕੀ ਪਾਇਆ। ਜਦੋਂ ਮਤਲਬ ਹੁਣ ਦੇਖੋ ਹਸਬੈਂਡ ਵਾਈਫ ਆ, ਹਰੇਕ ਦੇ ਵਿੱਚ ਲੜਾਈ ਹੁੰਦੀ ਆ, ਆਪਣੇ 'ਚ ਵੀ ਹੁੰਦੀ ਆ, ਤੁਹਾਡੇ 'ਚ ਵੀ ਹੁੰਦੀ ਆ, ਦੋ ਭਾਂਡੇ ਆ ਖੜਕਦੇ ਰਹਿੰਦੇ ਆ, ਹੈ ਨਾ। ਪਰ ਕਈ ਵਾਰਾਂ ਤਾਂ ਲੜਾਈ ਇਹੋ ਜਿਹੇ ਕਾਰਨਾਂ ਦਾ ਜਿਹਦਾ ਕੋਈ ਆਧਾਰ ਵੀ ਨਹੀਂ ਹੁੰਦਾ, ਬਿਨ ਮਤਲਬ ਹੀ ਲੜ ਪੈਂਦਾ ਹੈ। ਅਤੇ ਜੇ ਉਸ ਤੋਂ ਬਾਅਦ ਅਸੀਂ ਕਈ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਨੇ, ਮੇਰੇ ਵੀਰਾਂ ਨੇ ਇੱਦਾਂ ਦੀਆਂ ਲਾਈਆਂ ਹੁੰਦੀਆਂ ਵੀ ਜਿਹੜੀ ਧਰਮ ਪਤਨੀ ਉਹ ਐਵੇਂ ਦੀ ਹੋਣੀ ਚਾਹੀਦੀ, ਉਹਦੇ ਵਿੱਚ ਉਹਨੂੰ ਆਹ ਹੋਣਾ ਚਾਹੀਦਾ, ਉਹਦੇ 'ਚ ਕਾਬਲੀਅਤ ਹੋਣੀ ਚਾਹੀਦੀ ਆ। ਮੇਰੀਆਂ ਭੈਣਾਂ ਨੇ ਵੀ ਲਾਇਆ ਹੁੰਦਾ ਆ ਵੀ ਘਰ ਵਾਲਾ ਇੱਦਾਂ ਦਾ, ਉਹਨੂੰ ਕੇਅਰ ਕਰਨੀ ਚਾਹੀਦੀ ਹੈ, ਦਿਸ ਐਂਡ ਦੈਟ, ਹੈ ਨਾ। ਉਹ ਚੀਜ਼ਾਂ ਮਤਲਬ ਹੋ ਸਕਦਾ ਤੁਹਾਡੀ ਸਵੇਰੇ ਲੜਾਈ ਹੋਵੇ, ਸ਼ਾਮ ਨੂੰ ਸਹੀ ਹੋ ਜਾਵੇ, ਪਰ ਅਸੀਂ ਉਹ ਜਿਹੜੇ ਸਟੇਟਸ ਲਾ ਕੇ ਅਤੇ ਜਲੂਸ ਕਿਹਦਾ ਕੱਢਣੇ, ਆਪਣੇ ਆਪ ਦਾ ਕੱਢ ਰਹੇ ਹਾਂ। ਸਭ ਕੁਝ ਹੱਥ ਲੱਗ ਜਾਂਦਾ, ਨੰਗਿਆ ਵੇਲਾ ਹੱਥ ਨਹੀਂ ਲੱਗਦਾ। ਵੀ ਤੁਸੀਂ ਉਹਨੂੰ ਪਬਲਿਕਲੀ ਜਦੋਂ ਐਕਸਪੋਜ਼ ਕਰ ਦਿੰਦੇ ਹੋ, ਫਿਰ ਤੁਸੀਂ ਇੱਕ ਪੀਅਰ ਪ੍ਰੈਸ਼ਰ 'ਚ ਆ ਜਾਂਦੇ ਹੋ ਵੀ ਹੁਣ ਦੁਨੀਆ ਕੀ ਕਹੂਗੀ, ਵੀ ਮੈਂ ਰੌਲਾ ਪਾਤਾ ਵੱਧ, ਗੱਲ ਕਰਕੇ ਗੱਲ ਥੱਲੇ ਆਉਣ ਵਾਲੀ ਗੱਲ ਹੋ ਜਾਂਦੀ ਹੈ। ਅਤੇ ਮੇਰਾ ਖਿਆਲ ਆ ਜਿਹੜੇ ਤੁਹਾਡੇ ਇਮੋਸ਼ਨਸ ਨੇ ਜਦੋਂ ਹਾਈ ਨੇ, ਤੁਸੀਂ ਆਪਣੇ ਵਿਚਾਰਾਂ 'ਤੇ ਕੰਟਰੋਲ ਰੱਖੋ, ਉਹਨੂੰ ਪਬਲਿਸ਼ ਨਾ ਕਰੋ, ਹੈ ਨਾ। ਐਵਰੀਥਿੰਗ ਡਸਟ ਸੈਟਲ ਡਾਊਨ ਹੋ ਜਾਂਦੀ, ਸਾਰਾ ਕੁਛ ਨੋਰਮਲ ਹੋ ਜਾਂਦਾ। ਬਟ ਉਹ ਜਦੋਂ ਗੱਲ ਕਹਿੰਦੇ ਬਰੂਹੋਂ ਬਾਹਰ ਚੱਲ ਜਾਂਦੀ ਹੈ, ਫਿਰ ਗੱਲ ਦੀ ਗਲੈਂਡ ਬਣ ਜਾਂਦੀ ਹੈ, ਫਿਰ ਉਹ ਦਿਸ ਐਂਡ ਦੈਟ ਬਹੁਤ ਕੁਛ ਹੋ ਜਾਂਦਾ। ਬਿਲਕੁਲ ਤੁਹਾਡਾ ਸਹੀ ਹੈ ਟੌਪਿਕ, ਇਸ ਚੀਜ਼ ਤੋਂ ਬਚਣਾ ਚਾਹੀਦਾ। ਬਿਲਕੁਲ, ਕਿਉਂਕਿ ਫਿਰ ਉਹ ਗੱਲ ਤਾਂ ਉਹੀ ਆ ਕਿ ਅਸੀਂ ਸਾਡੀ ਜਿਹੜੀ ਸੋਚ ਆ ਉਹ ਨਿਘਾਰ ਵੱਲ ਜਾਣ ਦੇ ਕਾਰਨ ਕੀ ਆ ਕਿ ਅਸੀਂ ਕਿਤਾਬਾਂ ਤੋਂ ਸਾਡੇ ਬੌਧਿਕ ਲੈਵਲ ਦਿਨੋਂ ਦਿਨ ਗੇਰੇ ਇਸ ਕਰਕੇ ਰਿਹਾ ਕਿ ਸਾਨੂੰ ਜਿਹੜੀਆਂ ਬੌਧਿਕ ਸ਼ਮਤਾ ਆ ਉਹ ਕਿਤਾਬਾਂ ਤੋਂ ਮਿਲਦੀ ਹੁੰਦੀ ਸੀ, ਪਰ ਅਸੀਂ ਉਹ ਤੋਂ ਬਿਲਕੁਲ ਹੀ ਦੂਰ ਹੋ ਕੇ ਅਤੇ ਅਸੀਂ ਹੋ ਗਏ ਹਾਂ ਰੀਲਾਂ ਵੱਲ, ਜਿੱਥੇ ਹਰ ਜਿਹੜਾ ਸੈਕਿੰਡ, ਮੈਨੂੰ ਲੱਗਦਾ ਕਿ 10 ਕੁ ਸੈਕਿੰਡ ਦੀ ਜਿਹੜੀ ਰੀਲ ਹੁੰਦੀ ਆ, ਸ਼ਾਇਦ ਅਸੀਂ ਕਈ ਵਾਰ 10 ਸੈਕਿੰਡ ਦੀ ਰੀਲ ਵੀ ਪੂਰੀ ਨਹੀਂ ਵੇਖਦੇ। ਇੱਕ ਜੇ ਹਾਸੇ ਵਾਲੀ ਆਉਂਦੀ, ਅਗਲੀ ਸੈਡ ਹੁੰਦੀ, ਸਾਡਾ 10-10 ਸੈਕਿੰਡ ਦੇ ਵਿੱਚ ਇਮੋਸ਼ਨ ਚੇਂਜ ਹੋ ਰਹੇ ਆ। ਅਤੇ ਸਾਡਾ ਜਿਹੜਾ ਬੌਧਿਕ ਸ਼ਮਤਾ ਹੈ ਉਹ ਕਿੱਥੋਂ ਸਹੀ ਰਹੂਗੀ, ਕਿਉਂਕਿ ਅਸੀਂ ਕਿਤਾਬਾਂ ਤੋਂ ਟੁੱਟ ਗਏ, ਅਸੀਂ ਇਨਫੋਰਮੇਸ਼ਨ ਤੋਂ ਟੁੱਟ ਗਏ। ਬਿਲਕੁਲ ਸਹੀ ਕਿਹਾ ਤੁਸੀਂ। ਕਿਤਾਬ ਤੁਹਾਡੇ ਦਿਮਾਗ 'ਚ ਕੀ ਪਾਉਂਦੀ ਹੈ, TV ਤੁਹਾਡੇ ਦਿਮਾਗ 'ਚ ਕੀ ਪਾਉਂਦਾ ਹੈ, ਬਿਲਕੁਲ ਰੀਲਸ ਤੁਹਾਡੇ ਦਿਮਾਗ 'ਚ ਕੀ ਪਾਉਂਦੀਆਂ ਨੇ, ਕਿਸ ਤਰ੍ਹਾਂ ਦਾ ਡੋਪਾਮਾਈਨ ਰਿਲੀਜ਼ ਕਰਦੀਆਂ ਨੇ। ਗੱਲ ਇਹ ਵੀ ਪੇਸ਼ੈਂਸ ਦੇ ਥਰੂ ਕਿਤਾਬ ਪੜ੍ਹੀ ਜਾਂਦੀ ਹੈ। ਇਟਸ ਨਾਟ ਈਜ਼ੀ ਵੀ ਜੇ ਤੁਸੀਂ ਕੋਈ ਕਿਤਾਬ ਪੜ੍ਹਨੀ ਬਹੁਤ ਈਜ਼ੀ ਹੈ, ਬਿਲਕੁਲ, ਹੈ ਨਾ। ਬਟ ਤੁਸੀਂ ਦੇਖੋ, ਇਫ ਯੂ ਰੀਡ 100 ਬੁੱਕਸ ਯੂਰ ਵਰਡਸ ਵਿਲ ਫਲੋ ਲਾਈਕ ਅ ਵਾਟਰ। ਤੁਹਾਡੇ ਕੋਲ ਹੁਣ ਤੁਸੀਂ ਕੁਛ ਲਿਖ ਦਿਓ, ਮੈਂ ਕੁਛ ਲਿਖਦਾ, ਹੈ ਨਾ ਜੀ। ਮੈਂ ਜਦੋਂ ਕਿਸੇ ਨੂੰ ਪ੍ਰੇਰਿਤ ਕਰਨਾ ਹੁੰਦਾ, ਮੈਂ ਇੱਦਾਂ ਸਮਝਾਉਣਾ ਹੁੰਦਾ, ਮੈਂ ਦੇਖ ਵੀਰੇ ਤੂੰ ਲਿਖ ਕੁਛ, ਸਾਰੀ ਉਮਰ ਲਾ ਦੇ, ਉਹ ਪਬਲਿਸ਼ ਹੁੰਦੀ ਨਹੀਂ ਹੁੰਦੀ ਪੋਸੀਬਿਲਿਟੀ ਹੈ, ਹੈ ਨਾ ਜੀ। ਇੱਕ ਬੰਦੇ ਦੀ ਜਿਹੜੀ ਰਿਸਰਚ ਹੁੰਦੀ ਹੈ ਕਿਤਾਬ ਲਿਖਣ ਬਾਰੇ, ਵੀ ਹਿਮਾਲਿਆ ਦੇ ਵਿੱਚ ਜਾ ਕੇ ਤੁਸੀਂ ਦੇਖੋ ਨਾ, ਉਹਨਾਂ ਦੀ ਜਦੋਂ ਬਿਬਲੀਓਗ੍ਰਾਫੀ ਪੜ੍ਹੋ, ਉਹਨੂੰ ਪਤਾ ਲੱਗਦਾ ਵੀ ਉਹ ਬੰਦੇ ਕਿਹੋ ਜਿਹੇ ਐਕਸਪੀਰੀਅੰਸ ਦੇ ਥਰੂ ਨੰਗੇ ਨੇ। ਅਤੇ 50 ਮਿਲੀਅਨਸ 10 ਮਿਲੀਅਨਸ 5 ਮਿਲੀਅਨਸ ਕਿਤਾਬਾਂ ਵਿਕੀਆਂ ਨੇ, ਬਿਲਕੁਲ, ਕਈਆਂ ਨੇ ਇੱਕ ਦੂਜੇ ਤੋਂ ਬੋਰੋ ਕਰਕੇ ਵੀ ਪੜ੍ਹੀਆਂ। ਬਿਲਕੁਲ, ਜਿਹੜੀ ਕਿਤਾਬ ਇੰਨੀ ਜ਼ਿਆਦਾ ਸਰਕੂਲੇਟ ਹੋਈ ਹੈ, ਉਹ ਮਜ਼ਾਕ ਨਹੀਂ ਹੈ, ਉਹਦੇ ਵਿੱਚ ਜ਼ਿੰਦਗੀ ਦੀ ਸੱਚਾਈ ਹੈ, ਯੂਨੀਵਰਸਲ ਟਰੁੱਥ ਆ। ਜਿਹੜੀ ਸਕਰੋਲਿੰਗ ਹੈ ਜਾਂ ਜਿਹੜੀ ਤੁਸੀਂ ਦੱਸ ਰਹੇ ਹੋ ਵੀ ਲੋਕ ਆਪਣੀ ਫੇਕ ਜ਼ਿੰਦਗੀ ਸ਼ੋਅ ਕਰਦੇ ਨੇ, ਉਹ ਫੋਰ ਅ ਮੋਮੈਂਟ
ਬਬਲ ਅਪ ਹੁੰਦੀ ਹੈ, ਪਰ ਉਹਦੀ ਕੋਈ ਰਿਐਲਿਟੀ ਨਹੀਂ ਹੈਗੀ, ਉਹਦੇ ਪਿੱਛੇ ਕੋਈ ਠੋਸ ਚੀਜ਼ ਨਹੀਂ ਆ, ਉਹ ਮਤਲਬ ਝੂਠ ਹੈ। ਹੁਣ ਜਿੱਦਾਂ ਤੁਸੀਂ ਸਿੰਗਰਾਂ ਦੀ ਵੀ ਗੱਲ ਕਰਦੇ ਹੋ, ਉਹ ਗਾਉਣ ਵਾਲੇ ਨੂੰ ਵੀ ਪਤਾ ਮੈਂ ਝੂਠ ਹਾਂ, ਸੁਣਨ ਵਾਲੇ ਨੂੰ ਵੀ ਪਤਾ ਮੈਂ ਝੂਠ ਹਾਂ, ਵੀ ਝੂਠ ਸੁਣ ਰਿਹਾ, ਵੀ ਇਹਦੀ ਕੋਈ ਰਿਐਲਿਟੀ ਨਹੀਂ ਹੈ, ਬਟ ਉਹ ਝੂਠ 'ਚ ਟੱਟੂ ਭਜਾਈ ਜਾ ਰਹੇ। ਬਿਲਕੁਲ, ਕਿਉਂਕਿ ਸੋਸ਼ਲ ਮੀਡੀਆ ਜਿਹੜਾ ਆ, ਚਾਹੇ ਕਿਤਾਬ, ਮੈਨੂੰ ਲੱਗਦਾ ਮੈਂ ਵੀ ਬਹੁਤ ਘੱਟ ਪੜ੍ਹਦਾ ਹਾਂ ਕਿਤਾਬਾਂ, ਪਰ ਫਿਰ ਗੱਲ ਤਾਂ ਉਹੀ ਹੈ ਕਿ ਤੁਸੀਂ ਆਪਣੇ ਆਪ ਨੂੰ ਦੇਣਾ ਕੀ ਚਾਹੁੰਦੇ ਹੋ, ਤੁਸੀਂ ਜਿਹੜਾ ਕੀ ਕਹਿੰਦੇ ਹੁੰਦੇ ਅਬਜ਼ੋਰਬ ਕੀ ਕਰਨਾ ਚਾਹੁੰਦੇ, ਕਿਉਂਕਿ ਜਿੱਦਾਂ ਉਹ ਅੱਗੇ ਆਪਾਂ ਗੱਲ ਕੀਤੀ ਕਿ ਜੇ ਕੰਡੇ ਬੀਜਾਂਗੇ ਕੰਡੇ ਹੀ ਉੱਗਣਗੇ, ਜੇ ਕੋਈ ਚੱਜ ਦਾ ਸੁਣਾਂਗੇ ਤਾਂ ਸਾਡਾ ਜਿਹੜਾ ਦਿਮਾਗ ਹੈ ਉਹ ਚੱਜ ਦੀ ਸੋਚ ਪੈਦਾ ਕਰੂਗਾ। ਪਰ ਜੇ ਅਸੀਂ ਕਿਤਾਬਾਂ, ਕਿਉਂਕਿ ਕਿਤਾਬਾਂ ਵੀ ਸੋਸ਼ਲ ਮੀਡੀਆ 'ਤੇ ਕਿਤਾਬਾਂ ਵੀ ਪਈਆਂ ਆ, ਯੂਟਿਊਬ 'ਤੇ ਦੁਨੀਆ ਭਰ ਦੀਆਂ ਜਿਹੜੀਆਂ ਕਿਤਾਬਾਂ ਆ ਉਹ ਆਡੀਓ ਬੁੱਕਸ ਪਈਆਂ ਆ, ਚੰਗੀਆਂ ਕਿਤਾਬਾਂ। ਆਪਾਂ ਅਕਸਰ ਅਟੋਮਿਕ ਹੈਬਿਟਸ ਦੀ ਗੱਲ ਕਰਦੇ ਹਾਂ, ਦ ਸੀਕਰੇਟ ਦੀ ਗੱਲ ਕਰਦੇ ਹਾਂ, ਬਹੁਤ ਸਾਰੀਆਂ ਇੱਦਾਂ ਦੀਆਂ ਕਿਤਾਬਾਂ ਆ ਜਿਹੜੀਆਂ ਤੁਹਾਡੇ ਜ਼ਿੰਦਗੀ ਜਿਉਣ ਦੇ ਕਈ ਰਾਹ ਖੋਲ੍ਹ ਦਿੰਦੀਆਂ, ਪਰ ਅਸੀਂ ਉਹ ਨਹੀਂ ਵੇਖਣੇ ਆ। ਅਸੀਂ ਰਾਤ ਨੂੰ ਸੌਣ ਲੱਗਿਆਂ ਵੀ ਰੀਲਾਂ ਵੇਖਣੀਆਂ, ਠੁਮਕੇ ਵੇਖਣੇ ਆ, ਅਤੇ ਮਾਫ਼ ਕਰੋ ਸਵੇਰੇ ਉੱਠਦੇ ਹਾਂ ਵੀ ਸ਼ਾਇਦ ਪਰਮਾਤਮਾ ਦਾ ਨਾਮ ਅਸੀਂ ਬਾਅਦ 'ਚੋਂ ਲਈਏ, ਪਰ ਜਿਹੜਾ ਫੋਨ ਹੈ ਉਹ ਪਹਿਲੋਂ ਚੱਕ ਕੇ ਅਤੇ ਟਿਕਟੋਕ ਪਹਿਲੋਂ ਖੋਲ੍ਹਣੀ ਹੈ। ਅੱਛਾ ਕੁਲਦੀਪ ਵੀਰ, ਇੱਥੇ ਮੈਂ ਨਾ ਤੁਹਾਨੂੰ ਇੱਕ ਆਪਣੀ ਸਟੱਡੀ ਤੋਂ ਰਿਲੇਟਡ ਚੀਜ਼ ਦੱਸਦਾ। ਤੁਹਾਨੂੰ ਪਤਾ ਹੀ ਮੈਂ ਮੈਂਟਲ ਹੈਲਥ ਦੀ ਸਟੱਡੀ ਕੀਤੀ ਹੈ ਨਾ ਸਾਰੀ। ਜਦੋਂ ਤੁਸੀਂ ਸੌਂਦੇ ਹੋ, ਮੇਰੀ ਬੇਨਤੀ ਹੈ ਸਾਰਿਆਂ ਨੂੰ ਜੀ ਵੀ ਘੱਟੋ ਘੱਟ 15-20 ਮਿੰਟ ਜਾਂ ਅੱਧਾ ਘੰਟਾ ਫੋਨ ਬੰਦ ਕਰ ਦਿਓ, ਬਲੂ ਲਾਈਟ ਆਪਣੇ ਤੋਂ ਦੂਰ ਕਰ ਦਿਓ, ਸਕਰੀਨ ਦੂਰ ਕਰ ਦਿਓ, ਬਿਲਕੁਲ ਕੋਈ ਬੁੱਕ ਰੀਡ ਕਰੋ, ਚੰਗੀਆਂ ਚੀਜ਼ਾਂ ਸੋਚੋ, ਤਾਂ ਕਿ ਜਿੱਦਾਂ ਕੰਪਿਊਟਰ ਔਨ ਕਰਦੇ ਨਾ ਉਹ ਟਾਈਮ ਲੈਂਦਾ, ਥੋੜ੍ਹਾ ਬੂਟਿੰਗ ਸਿਸਟਮ ਹੁੰਦਾ, ਓਪਰੇਟਿੰਗ ਸਿਸਟਮ ਹੁੰਦਾ ਨਾ। ਸਿਮਿਲਰਲੀ ਜਦੋਂ ਤੁਸੀਂ ਉੱਠਦੇ ਹੋ, ਉੱਠਦੇ ਸਾਰੇ ਪਹਿਲੇ ਮੈਡੀਟੇਸ਼ਨ ਕਰੋ, ਥੋੜ੍ਹਾ ਜਿਹਾ ਧਿਆਨ ਲਾਓ, ਪਰਮਾਤਮਾ ਨੂੰ ਯਾਦ ਕਰੋ, ਜੇ ਤੁਹਾਡੇ ਪਿੱਛੇ ਗਾਰਡਨ ਆ ਉੱਥੇ ਥੋੜ੍ਹੀ ਜਿਹੀ ਬੇਅਰ ਫੀਟਸ ਵਾਕ ਕਰੋ, ਹੈ ਨਾ। ਉਸ ਤੋਂ ਬਾਅਦ ਤੁਸੀਂ ਕੁਛ ਪਾਣੀ ਪੂਣੀ ਪੀ ਕੇ ਐਕਸਰਸਾਈਜ਼ ਕਰਕੇ ਫਿਰ ਫੋਨ ਖੋਲ੍ਹੋ, ਕਿਉਂਕਿ ਥਰੂ ਆਊਟ ਦ ਡੇ ਤੁਹਾਡੇ ਉੱਤੇ ਇਨਫੋਰਮੇਸ਼ਨ ਬੰਬਾਰਡਡ ਹੋਣੀ ਹੈ। ਤੁਸੀਂ ਸੁੱਤੇ ਉੱਠੇ ਹੀ ਫੋਨ ਖੋਲ੍ਹ ਲਿਆ, ਤੁਹਾਨੂੰ ਈਮੇਲ ਆ ਗਈ, ਪੜ੍ਹ ਲਈ, ਹਾਏ ਆ ਕੀ ਹੋ ਗਿਆ, ਉਹ ਤੁਸੀਂ ਉਹਦਾ ਰਿਜ਼ਲਟ ਨਹੀਂ ਲੈ ਪਾਓਗੇ, ਤੁਸੀਂ ਬਲਾਸਟ ਹੋ ਜਾਓਗੇ, ਇਨਫੋਰਮੇਸ਼ਨ ਬਲਾਸਟ ਹੋ ਜਾਏਗੀ ਤੁਹਾਡੀ, ਹੈ ਨਾ। ਉਹਨੂੰ ਕੰਸੀਵ ਕਰਨ ਲਈ ਤੁਸੀਂ ਪ੍ਰੀਪੇਅਰ ਹੋਣੇ ਚਾਹੀਦੇ। ਜਿੱਦਾਂ ਆਪਾਂ ਐਕਸਰਸਾਈਜ਼ ਕਰਦੇ ਹਾਂ, ਪਹਿਲੇ ਸਟਰੈਚਿੰਗ ਕਰਦੇ ਨਾ, ਸਿੱਧਾ ਤਾਂ ਨਹੀਂ ਜਾ ਕੇ ਡੰਬਲ ਚੱਕ ਲੈਂਦੇ, ਬਿਲਕੁਲ ਉਸੇ ਤਰ੍ਹਾਂ ਜਦੋਂ ਤੁਸੀਂ ਉੱਠਦੇ ਹੋ ਨਾ, ਗਿਵ ਯੂਰ ਸੈਲਫ ਯੋਰ ਮਾਈਂਡ ਸਮ ਟਾਈਮ ਟੂ ਸਟਰੈਚ, ਵੀ ਤੁਸੀਂ ਉਸ ਚੀਜ਼ ਲਈ ਪ੍ਰੀਪੇਅਰ ਹੋ ਜਾਓ। ਉਸ ਤੋਂ ਬਾਅਦ 'ਚ ਜੇ ਤੁਸੀਂ ਤੁਹਾਡੀ ਸ਼ੁਰੂਆਤ ਸਹੀ ਹੁੰਦੀ ਹੈ ਦਿਨ ਦੀ, ਤੁਸੀਂ ਇੱਕਦਮ ਜਾ ਕੇ ਸੋਸ਼ਲ ਮੀਡੀਆ ਜਾਂ ਤੁਸੀਂ ਕੰਪਿਊਟਰ ਨਹੀਂ ਔਨ ਕਰਦੇ ਜਾਂ ਮੋਬਾਈਲ ਨਹੀਂ ਔਨ ਕਰਦੇ ਅਤੇ ਤੁਸੀਂ ਮੈਡੀਟੇਸ਼ਨ ਕਰਦੇ ਹੋ, ਤੁਸੀਂ ਕਹਿਣਾ ਆਉਂਦੇ ਪ੍ਰੋਬਲਮਸ ਲਿਆ ਕੀ ਹੈ। ਬਿਲਕੁਲ ਤੁਸੀਂ ਪ੍ਰੀਪੇਅਰ ਹੋ ਕੇ ਬੂਟ ਬਾਟ ਪਾ ਕੇ, ਗਲਵਸ ਪਾ ਕੇ ਜਦੋਂ ਜਾਂਦੇ ਹੋ ਪੂਰੇ, ਹੈ ਨਾ, ਤਿਆਰੀ ਦੇ ਨਾਲ, ਫਿਰ ਤੁਸੀਂ ਫਾਈਟ ਕਰ ਸਕਦੇ ਹੋ। ਅਤੇ ਜੇ ਤੁਸੀਂ ਸੁੱਤੇ ਉੱਠੇ ਹੀ ਚਲੇ ਗਏ ਤਾਂ ਤੁਹਾਨੂੰ ਪਤਾ ਹੀ ਨਹੀਂ ਵੀ ਅੱਗੇ ਕੌਣ ਹੈ ਪਿੱਛੇ ਕੌਣ ਹੈ। ਬੜੇ ਲੋਕ ਮੈਂ ਦੇਖੇ ਉੱਠਦੇ ਸਾਰੇ ਉਹਨਾਂ ਨੇ ਪਾਣੀ ਵੀ ਬਾਅਦ 'ਚੋਂ ਪੀਣਾ, ਸਭ ਤੋਂ ਪਹਿਲਾਂ ਉਹਨਾਂ ਨੂੰ ਫੋਨ ਹੀ ਔਨ ਕਰਨਾ, ਮੈਸੇਜ ਆ ਗਏ, ਵਟਸਐਪ ਆ ਗਿਆ। ਗੱਲ ਇਹ ਹੈ ਨਾ ਕਿ ਉਹ ਸਿਆਣੇ ਕਹਿੰਦੇ ਹੁੰਦੇ ਡੁੱਬੀ ਤਾਂ ਕਿਉਂਕਿ ਸਾਹ ਨਹੀਂ ਆਇਆ। ਅਸੀਂ ਇਹ ਚੀਜ਼ਾਂ ਦਾ ਫਾਇਦਾ ਨੁਕਸਾਨ ਤਾਂ ਤਾਂ ਵੇਖਾਂਗੇ ਨਾ ਜੇ ਅਸੀਂ ਇਹਦੇ ਬਾਰੇ ਵਿਚਾਰਾਂਗੇ, ਸੋਚਾਂਗੇ, ਪਰ ਸਾਨੂੰ ਉਹ ਚੀਜ਼ ਚਾਹੀਦੀ ਨਹੀਂ। ਸਾਨੂੰ ਚਾਹੀਦੀ ਹੈ ਡੋਪਾਮਾਈਨ, ਜਿਹੜੀ ਕਹਿੰਦੇ ਹੁੰਦੇ ਕਿ ਸਾਨੂੰ ਜਿਹੜੀ ਖੁਸ਼ੀ ਚਾਹੀਦੀ, ਸਾਨੂੰ ਮਿਲਦੀ ਖੁਸ਼ੀ ਇਸ ਚੀਜ਼ 'ਚੋਂ ਆ ਵੀ ਅਸੀਂ ਰਾਤ ਨੂੰ ਸੌਣ ਲੱਗਿਆਂ ਵੀ ਜਿੰਨਾ ਚਿਰ ਤੱਕ ਅੱਖਾਂ ਜਵਾਬ ਨਹੀਂ ਦੇ ਜਾਂਦੀਆਂ, ਫੋਨ ਸਾਡੇ ਹੱਥ 'ਚੋਂ ਨਹੀਂ ਡਿੱਗ ਜਾਂਦਾ, ਅਸੀਂ ਉਦੋਂ ਤੱਕ ਰੀਲਾਂ ਜਿਹੜੀਆਂ ਆ ਸ਼ਾਰਟਸ ਵੇਖਦੇ ਹਾਂ। ਸਵੇਰੇ ਉੱਠ ਕੇ ਸਭ ਤੋਂ ਪਹਿਲੋਂ ਜਿਹੜਾ ਉਹ ਫੋਨ, ਹਾਲਾਂਕਿ ਸਿਆਣੇ ਜਿਹੜੇ ਆ ਸਾਇੰਸਦਾਨ ਆ, ਬਹੁਤ ਸਾਰੀਆਂ ਸਟੱਡੀਜ਼ ਆ, ਉਹ ਕਹਿੰਦੇ ਕਿ ਕੋਸ਼ਿਸ਼ ਕਰੋ ਕਿ ਫੋਨ ਜਿਹੜਾ ਤੁਹਾਡਾ ਆ ਉਹ ਤੁਹਾਡੇ ਬੈੱਡਰੂਮ 'ਚ ਵੀ ਨਹੀਂ ਹੋਣਾ ਚਾਹੀਦਾ। ਕੋਸ਼ਿਸ਼ ਕਰੋ ਕਿ ਉਹ ਦੂਸਰੇ ਰੂਮ 'ਚ ਪਿਆ ਹੋਵੇ, ਕਿਉਂਕਿ ਜਦੋਂ ਤੁਸੀਂ ਉੱਠੋ ਪਹਿਲੋਂ ਪਰਮਾਤਮਾ ਦਾ ਨਾਂ ਲਓ, ਉਹਦਾ ਸ਼ੁਕਰ ਕਰੋ ਵੀ ਤੂੰ ਮੈਨੂੰ ਨਵਾਂ ਦਿਨ ਦਿੱਤਾ, ਹੈ ਨਾ। ਉਸ ਤੋਂ ਬਾਅਦ ਤੁਸੀਂ ਆਪਣਾ ਜਿੱਦਾਂ ਤੁਸੀਂ ਕਿਹਾ ਕਿ ਐਕਸਰਸਾਈਜ਼ ਕਰੋ, 10 ਮਿੰਟ ਬੈਠੋ, ਕਿਤੇ ਨੰਗੇ ਪੈਰੀਂ ਤੁਰੋ। ਮੈਨੂੰ ਲੱਗਦਾ ਕਿ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਨਾ ਵਿੱਚ ਜੇ ਇੱਕ ਟਾਈਮ ਸੀ ਜਦੋਂ ਮੈਂ ਸਵੇਰੇ 4 ਵਜੇ ਉੱਠਦਾ, ਹੁਣ ਤਾਂ ਥੋੜ੍ਹਾ ਕੰਮ ਦਾ ਆਪਾਂ ਨੂੰ ਇੱਥੇ ਬਦਲਣਾ ਪੈਂਦਾ ਟਾਈਮ, ਹੈ ਨਾ, ਕਿਉਂਕਿ ਮੈਂ ਰਾਤ ਨੂੰ ਲੇਟ ਜੇ ਸੋਈ ਹਾਂ ਤਾਂ ਸਵੇਰੇ 4 ਵਜੇ ਉੱਠ ਨਹੀਂ ਸਕਦੇ ਤੁਸੀਂ। ਮੈਂ 4 ਵਜੇ ਜਦੋਂ ਉੱਠਦਾ ਸੀ ਜੱਸੀ ਬਾਈ, ਉਦੋਂ ਮੈਂ ਸੈਰ ਕਰਨੀ ਸਟਾਰਟ ਕੀਤੀ ਸਵੇਰੇ 4 ਵਜੇ। ਮੈਨੂੰ ਲੱਗਦਾ ਕਿ ਉਹ ਜਿਹੜਾ ਨਜ਼ਾਰਾ ਆ, ਉਹ ਜਿਹੜਾ ਫੀਲਿੰਗ ਆ, ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ। ਜਿਹੜੀ ਸਵੇਰੇ 4 ਵਜੇ ਸੈਰ ਕਰਕੇ ਤੁਹਾਨੂੰ ਸਵਾਦ ਆਉਂਦਾ ਆ, ਜਿਹੜੀ ਪੋਜ਼ੀਟਿਵਿਟੀ ਮਿਲਦੀ ਆ, ਉਹ ਤੁਸੀਂ ਭਾਵੇਂ ਲੱਖ ਜਿਹੜਾ ਫੋਨ ਆ ਘੰਟਾ 1.5 ਘੰਟਾ ਵੇਖ ਲਓ, ਉਹਨੇ ਤੁਹਾਨੂੰ ਨੈਗੇਟਿਵ। ਸਵੇਰੇ ਉੱਠੋਗੇ ਨਾ, ਤੁਸੀਂ ਸੈਰ 'ਤੇ ਜਾਓਗੇ, ਤੁਸੀਂ ਕਿਸੇ ਨੂੰ ਗੁੱਡ ਮਾਰਨਿੰਗ ਕਹਿ ਕੇ ਦੇਖਿਓ, ਤੁਹਾਨੂੰ ਇੰਨੀ ਉਹ ਸਟਰੋਂਗ ਗੁੱਡ ਮਾਰਨਿੰਗ ਕਹੇਗਾ ਨਾ, ਯੈਸ ਗੁੱਡ ਮਾਰਨਿੰਗ, ਜੋਸ਼ ਨਾਲ ਭਰ ਦਿੰਦਾ ਤੁਹਾਨੂੰ। ਕਿਉਂਕਿ ਜਿਹੜੇ ਸਵੇਰੇ ਉੱਠਦੇ ਨੇ ਲੋਕ ਉਹ ਪੂਰੇ ਐਨਰਜੈਟਿਕ ਹੁੰਦੇ ਨੇ, ਸਵੇਰ ਦੀ ਜਿਹੜੀ ਵਾਈਬ੍ਰੇਸ਼ਨ ਹੀ ਹੋਰ ਹੁੰਦੀ ਹੈ ਨਾ। ਅਰਲੀ ਟੂ ਬੈਡ ਅਰਲੀ ਟੂ ਰਾਈਜ਼, ਹੈਲਥੀ ਵੈਲਥੀ ਐਂਡ ਵਾਈਸ। ਬਾਕੀ ਜਿੱਦਾਂ ਆਪਾਂ ਘੁੰਮ ਕੇ ਆਪਣੇ ਟੌਪਿਕ 'ਤੇ ਆਉਂਦੇ ਹਾਂ, ਜਿੱਦਾਂ ਵੀ ਬੌਧਿਕ ਛਮਤਾ, ਬੌਧਿਕ ਕੰਗਾਲੀ, ਹੈ ਨਾ, ਆਪਾਂ ਕਾਫੀ ਡਿਸਕਸ ਇਸ 'ਤੇ ਕੀਤਾ। ਮੈਨੂੰ ਲੱਗਦਾ ਕਿ ਇਹਦੇ ਵਿੱਚ ਇੱਕ ਅਹਿਮ ਰੋਲ
ਤੁਹਾਡੀ ਕਲਚਰਲ ਸ਼ੌਕ ਦਾ ਵੀ ਹੈ। ਕਿਉਂਕਿ ਤੁਸੀਂ ਇੱਕ ਇੱਦਾਂ ਦੀ ਕੰਟਰੀ ਤੋਂ ਆਪਾਂ ਆਏ ਹਾਂ ਜਿੱਥੇ ਆਪਾਂ ਮੋਸਟਲੀ, ਮੈਂ ਤਾਂ ਕਦੀ ਕੋਈ ਜੋਬ ਨਹੀਂ ਕੀਤੀ ਉੱਥੇ, ਹੈ ਨਾ। ਤੁਸੀਂ ਸਡਨਲੀ ਇੱਕ ਇਹੋ ਜਿਹੇ ਵਰਲਡ ਦੇ ਵਿੱਚ ਆ ਗਏ ਜਿੱਥੇ 24 ਘੰਟੇ ਪੈਸੇ ਬਣਦੇ। ਬਿਲਕੁਲ ਠੀਕ ਹੈ ਨਾ। ਉੱਥੇ ਆਪਾਂ ਕਹਿੰਦੇ ਓ ਮਾਈ ਗੋਡ ਵੀ ਹੁਣ 2 ਘੰਟੇ ਹੈਗੇ ਊਬਰ ਚਲਾ ਲਈਏ, 3 ਘੰਟੇ ਹੈਗੇ ਆ ਆਪਾਂ ਉੱਥੇ ਜਾ ਕੇ ਆਹ ਕੰਮ ਕਰੀਏ, ਹੈ ਨਾ। ਉਹ ਇੰਬੈਲੈਂਸ ਕਈ ਵਾਰੀ ਜ਼ਿਆਦਾ ਹੋ ਜਾਂਦਾ। ਅਤੇ ਜਦੋਂ ਤੁਸੀਂ ਉੱਪਰ ਚਲੇ ਜਾਂਦੇ ਹੋ ਇਨਕਮ ਵਾਈਜ਼, ਫਿਰ ਉੱਥੋਂ ਤੁਹਾਨੂੰ ਕੋਈ ਲੱਖ ਸਮਝਾਵੇ, ਥੱਲੇ ਆਉਣਾ ਬੜਾ ਔਖਾ ਲੱਗਦਾ। ਬਿਲਕੁਲ ਠੀਕ ਹੈ ਨਾ। ਅਤੇ ਉਹ ਜਿਹੜਾ ਕਲਚਰਲ ਸ਼ੌਕ ਹੈ, ਉੱਥੋਂ ਦਾ ਇਨਵਾਇਰਮੈਂਟ ਹੋ ਰਿਹਾ, ਇੱਥੇ ਦਾ ਇਨਵਾਇਰਮੈਂਟ ਹੋ ਰਿਹਾ। ਵੀ ਤੁਸੀਂ ਹੁਣ ਇੱਥੇ ਦੇਖੋ, ਹੁਣ ਬਹੁਤ ਲੱਖਾਂ ਨੂੰ ਨਹੀਂ ਪਤਾ ਵੀ ਹੈ ਕਈਆਂ ਨੂੰ ਵੀ ਵਿਟਾਮਿਨ ਡੀ ਇੰਨੀ ਕੁ ਮੁੱਕ ਜਾਂਦੀ ਹੈ ਲੋਕਾਂ ਦੇ ਵਿੱਚ ਵੀ ਲੱਤਾਂ ਭਾਰ ਚੱਲਣ ਜੋਗੀ ਨਹੀਂ ਰਹਿੰਦੀ ਸਰੀਰ ਦੀ, ਹੈ ਨਾ ਜੀ। ਚਲੋ ਮੈਂ ਇੱਕ ਇਮੋਸ਼ਨਲ ਗੱਲ ਲੱਗਾ ਕਰਨ ਵੀ ਮੇਰੇ ਮਾਤਾ ਜੀ ਦਾ ਦੇਹਾਂਤ ਹੋਇਆ ਸੀਗਾ ਮੈਲੇਨੋਮਾ ਇਜ਼ ਅ ਸਕਿਨ ਕੈਂਸਰ ਜੀ। ਮੈਂ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਇਹ ਗੱਲ ਕਿਹਾ ਸੀ ਕਿ ਵੀ ਮਾਰਚ ਮਹੀਨੇ ਤੋਂ ਬਾਅਦ ਜਾ ਕੇ ਆਪਣੇ ਅਪ੍ਰੈਲ ਦੇ ਵਿੱਚ ਆਪਣਾ ਸਕਿਨ ਟੈਸਟ ਜ਼ਰੂਰ ਕਰੋ। ਮੈਂ ਤੁਹਾਨੂੰ ਵੀ ਗੱਲ ਕਹੀ ਸੀਗੀ ਨਾ। ਬਿਲਕੁਲ। ਮੈਂ ਈਵਨ ਸਨਸਕ੍ਰੀਨ ਕਈ ਵਾਰੀ ਵੰਡਦਾ ਵੀ ਹੁੰਦਾ ਲੋਕਾਂ ਨੂੰ ਵੀ ਭਾਈ ਲਾ ਲਓ, ਬਚ ਲਓ ਜਿੰਨਾ ਬਚ ਹੁੰਦਾ। ਤੁਸੀਂ ਕਿਸੇ ਗੋਰੇ ਨੂੰ ਪੁੱਛ ਕੇ ਦੇਖੋ, ਸਾਰੇ ਕਰਾਉਂਦੇ ਆ ਜੀ। ਕਿਉਂਕਿ ਇਹ ਚੀਜ਼ਾਂ ਅਸੀਂ ਕਦੀ ਪਹਿਲੇ ਓਬਜ਼ਰਵ ਹੀ ਨਹੀਂ ਕੀਤੀਆਂ, ਸਾਡੇ ਨਾਲ ਕਦੀ ਹੈਪਨਿੰਗ ਹੋਈ ਹੀ ਨਹੀਂ। ਇਹ ਸਾਇਲੈਂਟ ਕਿਲਰ ਹੈ, ਇਹਨੂੰ ਇਹ ਕਿਊਰੇਬਲ ਹੈ ਪਰ ਇਹ ਡਿਟੈਕਟ ਨਹੀਂ ਹੁੰਦਾ। ਤੁਸੀਂ ਇੱਕ ਤਿਲ ਹੈ, ਤੁਹਾਨੂੰ 10 ਸਾਲ ਬਾਅਦ ਪਤਾ ਲੱਗਣਾ ਵੀ ਇਹ ਤਾਂ ਮੈਲੇਨੋਮਾ ਸੀ ਜੀ, ਉਹਦਾ ਫਿਰ ਕੋਈ ਇਲਾਜ ਹੀ ਨਹੀਂ ਹੈਗਾ। ਬਿਲਕੁਲ ਠੀਕ ਹੈ ਨਾ। ਅਤੇ ਜਦੋਂ ਤੁਸੀਂ ਕਿਸੇ ਹੁਣ ਛੋਟੀ ਜਿਹੀ ਆਪਾਂ ਇੱਕ ਵੀਡੀਓ ਗੇਮ ਵੀ ਖੇਡਣੀ ਹੋਵੇ ਨਾ, ਜਦੋਂ ਆਪਾਂ ਤੁਸੀਂ ਗੋਲਡ ਕੋਸਟ ਜਾਂਦੇ ਹੋ, ਤੁਹਾਨੂੰ ਕੁਰਸੀਆਂ 'ਤੇ ਬਿਠਾਉਂਦੇ ਆ ਅਤੇ ਦੱਸਦੇ ਤੁਹਾਨੂੰ ਇੰਸਟਰਕਸ਼ਨ ਦਿੰਦੇ ਵੀ ਹਾਂ ਇਹ ਮੂਵ ਹੁੰਦੀ ਹੈ, ਜੇ ਹੈ ਉਹ ਹੈ, ਪੂਰਾ ਤੁਹਾਨੂੰ ਘੁਮਾਉਂਦੇ ਆ, ਇੱਕ ਦਿੰਦੇ ਆ ਬਿਓਰਾ ਉਹਦਾ। ਸਾਡੀ ਲਾਈਫ ਦੇ ਵਿੱਚ ਐਡਾ ਵੱਡਾ ਚੇਂਜ ਆਇਆ, ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ। ਪੰਜਾਬੀ 'ਚ ਗੱਲ ਵੀ ਮੂੰਹ ਚੱਕ ਕੇ ਇੱਥੇ ਆ ਗਏ। ਬਿਲਕੁਲ ਠੀਕ ਹੈ ਨਾ। ਹੁਣ ਉਹ ਚੀਜ਼ਾਂ ਅਸੀਂ ਆਪ ਫਿਗਰ ਆਊਟ ਕਰਨੀਆਂ, ਕਿਉਂਕਿ ਹੁਣ ਤੁਸੀਂ ਦੇਖੋ ਤੁਹਾਨੂੰ 15 ਸਾਲ ਹੋ ਗਏ ਤੇ ਰਹਿੰਦੇ ਨੂੰ, ਤੁਹਾਡੀ ਬੋਡੀ ਇੱਥੋਂ ਦੇ ਹਿਸਾਬ ਨਾਲ ਸ਼ੁੱਧ ਵਾਤਾਵਰਨ 'ਚ ਰਹਿ ਕੇ ਖਾਣ ਪੀਣ ਦੀ ਆਦੀ ਹੋ ਗਈ ਹੈ। ਤੁਸੀਂ ਵਾਪਸ ਜਾ ਕੇ ਕੋਈ ਚੀਜ਼ ਖਾਓ, ਤੁਸੀਂ ਬਿਮਾਰ ਹੋ ਜਾਂਦੇ ਹੋ। ਬਿਲਕੁਲ। 10 ਸਾਲ ਪਹਿਲੇ ਜਦੋਂ ਅਸੀਂ ਕਿਸੇ ਨੂੰ ਦੇਖਦੇ ਸੀ, ਕੋਈ ਬੰਦਾ ਉੱਥੇ ਜਾ ਕੇ ਜੇ ਕੋਈ ਚੀਜ਼ ਨਹੀਂ ਪਾਈਦੀ, ਕਿਸੇ ਨੇ ਬੋਟਲ ਫੜੀ ਉਹਨੇ ਕਰਾਉਂਦੇ ਫੁਕਰੀ ਮਾਰਦਾ, ਮਜਬੂਰੀ ਹੈ। ਹੁਣ ਇੰਡੀਆ ਦੇ ਵਿੱਚ ਐਨਕਾਂ ਲਾਉਂਦੇ। ਬਿਲਕੁਲ। ਫੁਕਰਾ ਕਹਿੰਦੇ ਹਾਂ ਐਡੀਆਂ ਖੋਪੇ ਲਾਏ ਨੇ। ਹੁਣ ਮੇਰੇ ਕੋਲ ਇੱਕ ਮੁੰਡਾ ਇੱਥੇ ਆਇਆ ਇੱਕ ਦਿਨ, ਮੈਨੂੰ ਐਨਕਾਂ ਦਿਖਾਵੇ ਆਪਣੀ, ਕਹਿੰਦਾ ਭਾਅ ਜੀ ਇਹ 350 ਦੀਆਂ ਮਤਲਬ ਹੈ ਨਾ ਵੀ ਹੁੰਦਾ ਹੀ ਹੈ, ਚਲੋ ਕਈ ਲੋਕਾਂ ਨਾਲ। ਮੈਂ ਕਿਹਾ ਵੀਰੇ ਪੋਲਰਾਈਜ਼ਡ ਭਾਅ ਜੀ ਉਹ ਕੀ ਹੁੰਦਾ? ਬਿਲਕੁਲ। ਮੈਂ ਕਿਹਾ ਵੀਰੇ ਭਾਵੇਂ 50 ਦੀ ਲੈ ਲਾ, ਬੇਨਤੀ ਆ ਪੋਲਰਾਈਜ਼ਡ ਲੈ। ਬਿਲਕੁਲ ਠੀਕ ਹੈ ਨਾ। ਲੈਕ ਆਫ ਨੌਲੇਜ ਹੈ, ਸੇਫਟੀ ਫਸਟ। ਬਿਲਕੁਲ। ਗੁੱਡ ਹੈਲਥ ਇਜ਼ ਨੋਟ ਐਨ ਆਪਸ਼ਨ। ਬਿਲਕੁਲ ਬਿਲਕੁਲ ਜੱਸੀ ਭਾਈ, ਗੱਲ ਤਾਂ ਫਿਰ ਉਹੀ ਆ ਕਿ ਅਸੀਂ ਫਿਰ ਆਪਾਂ ਜਿਹੜੇ ਟੌਪਿਕ ਆ ਉਹਦੀ ਗੱਲ ਕਰੀਏ ਤਾਂ ਅਸੀਂ ਕੀ ਵੇਖਦੇ ਹਾਂ, ਕੀ ਸੁਣਦੇ ਹਾਂ, ਕੀ ਪੜ੍ਹਦੇ ਹਾਂ, ਉਹਦਾ ਜਿਹੜਾ ਸਾਰਾ ਅਸਰ ਹੈ ਉਹ ਸਾਡੀ ਜ਼ਿੰਦਗੀਆਂ 'ਤੇ, ਸਾਡੇ ਬੱਚਿਆਂ ਦੀ ਜ਼ਿੰਦਗੀਆਂ 'ਤੇ ਜਾ ਰਿਹਾ। ਅਤੇ ਮੈਂ ਵਾਰ-ਵਾਰ ਕਹਿੰਦਾ, ਮੈਂ ਵੀ ਉਹਨਾਂ 'ਚ ਹੀ ਹਾਂ। ਅਸੀਂ ਸਾਰੇ ਬੌਧਿਕ ਕੰਗਾਲੀ ਵੱਲ ਵੱਧ ਰਹੇ ਹਾਂ, ਜਿਹਦੇ ਬਾਰੇ ਸਾਨੂੰ ਸੋਚਣਾ ਪੈਣਾ, ਜਿਹਦੇ ਬਾਰੇ ਸਾਨੂੰ ਆਪਣੀ ਜਿਹੜੀ ਜ਼ਿੰਦਗੀਆਂ 'ਚ ਪੰਛੀ ਝਾਤ ਮਾਰਨੀ ਪੈਣੀ ਵੀ ਅਸੀਂ ਕਰ ਕੀ ਰਹੇ ਹਾਂ। ਕਿਉਂਕਿ ਜੇ ਅਸੀਂ ਬੌਧਿਕ ਕੰਗਾਲੀ ਵੱਲ ਵੱਧ ਰਹੇ ਹਾਂ ਤਾਂ ਸਾਡੇ ਬੱਚੇ ਸਾਡੇ ਤੋਂ 10 ਕਦਮ ਅੱਗੇ ਹੋਣਗੇ। ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਜਿਹੜੀ ਇਸ ਚੀਜ਼ 'ਤੇ ਮੈਨੂੰ ਨਹੀਂ ਪਤਾ ਕਿ ਅੱਜ ਦੀਆਂ ਗੱਲਾਂ ਤੁਹਾਨੂੰ ਕਿੱਦਾਂ ਲੱਗੀਆਂ, ਚੰਗੀਆਂ ਲੱਗੀਆਂ, ਮਾੜੀਆਂ ਲੱਗੀਆਂ, ਉਹ ਤੁਸੀਂ ਕਮੈਂਟ ਕਰਕੇ ਦੱਸ ਦਿਓ। ਪਰ ਮੈਨੂੰ ਲੱਗਦਾ ਕਿ ਅਸੀਂ ਆਪਣੀ ਸੋਚ ਦੇ ਮੁਤਾਬਕ ਗੱਲ ਕੀਤੀ ਹੈ। ਜੇਕਰ ਚੰਗੀ ਕੋਈ ਨਾ ਲੱਗੀ ਹੋਈ ਤਾਂ ਫੈਕਟ ਨਾਲ ਗੱਲ ਕਰਿਓ ਕਿ ਆਹ ਜਿਹੜੀ ਚੀਜ਼ ਆ ਇਹ ਇੱਦਾਂ ਨਹੀਂ ਇੱਦਾਂ ਹੁੰਦੀ ਆ। ਅਤੇ ਜੱਸੀ ਬਾਈ ਆਪਾਂ ਜਿਹੜਾ ਮੈਨੂੰ ਲੱਗਦਾ ਕਿ ਵਾਹਵਾ ਅੱਜ ਡੋਜ਼ ਦੇ ਦਿੱਤੀ ਆ ਅਤੇ ਇਹ ਜ਼ਰੂਰੀ ਵੀ ਸੀਗੀ। ਅਤੇ ਫਿਰ ਤੋਂ ਜਾਣ ਤੋਂ ਪਹਿਲਾਂ ਜੇ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ। ਮੈਂ ਤਾਂ ਦੇਖੋ ਗੁਰਦੇਵ ਵੀਰ ਇਹੀ ਗੱਲ ਕਹੂੰਗਾ ਵੀ ਹੋ ਸਕਦਾ ਅਸੀਂ ਬਹੁਤ ਹੀ ਜ਼ਿਆਦਾ ਪ੍ਰਭਾਵਸ਼ਾਲੀ ਜਾਂ ਬਹੁਤ ਹੀ ਪਰਫੈਕਟ ਗੱਲਾਂ ਜਾਂ ਕਿਸੇ ਦੇ ਮਾਪਦੰਡ 'ਚ ਨਾ ਆਈਆਂ ਹੋਣ। ਬਿਲਕੁਲ ਬਿਲਕੁਲ। ਬਟ ਸਾਨੂੰ ਇਸ ਚੀਜ਼ ਦੀ ਕਮਲੀਆਂ ਮਾਰ ਕੇ ਚੱਲੇ ਹਾਂ। ਪਰ ਸਾਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਆਪਾਂ ਇੱਕ ਸਹੀ ਪਾਸੇ ਵੱਲ ਤੁਰੇ ਹਾਂ। ਡਾਇਰੈਕਸ਼ਨ ਡਿਟਰਮਾਈਨ ਡੈਸਟੀਨੇਸ਼ਨ। ਜੀ। ਅਸੀਂ ਚੇਟਕ ਤਾਂ ਲਾਈ, ਕਿਸੇ ਨੇ ਇਹਦੀ ਗੱਲ ਤਾਂ ਕੀਤੀ, ਇਹਦੇ ਨੂੰ ਤੁਰੇ ਤਾਂ ਸਹੀ। ਹੁਣ ਜਿਹੜੇ ਬੁੱਧੀਜੀਵੀ ਨੇ, ਜਿਹੜੇ ਵਿਦਵਾਨ ਨੇ, ਉਹ ਇਹਦੇ 'ਚ ਆ ਕੇ ਵਾਧਾ ਕਰ ਦੇਣਗੇ, ਹੈ ਨਾ। ਐਟਲੀਸਟ ਆਪਾਂ ਉਹਨਾਂ ਨੂੰ ਇੱਕ ਬਕਟ ਦਿੱਤੀ ਹੈ ਵੀ ਭਾਈ ਦਿਸ ਇਜ਼ ਵਾਟ ਇਟ ਇਜ਼, ਇਹਨੂੰ ਭਰੋ। ਬਿਲਕੁਲ। ਮੈਂ ਵੀ ਸੋਚੋ। ਬਿਲਕੁਲ। ਮੈਂ ਨਾ ਜੱਸੀ ਭਾਈ ਅਕਸਰ ਗੱਲ ਕਰਦਾ ਹੁੰਦਾ, ਮੈਂ ਇਹੀ ਕਹਿੰਦਾ ਹੁੰਦਾ ਵੀ ਮੈਨੂੰ ਨਹੀਂ ਪਤਾ ਵੀ ਇਹ ਪੋਡਕਾਸਟ ਕਿੰਨਿਆਂ ਤੱਕ ਪਹੁੰਚਦਾ, ਭਈ 5 ਸੁਣਦੇ, ਇਹਨੂੰ 10 ਸੁਣਦੇ ਆ, ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸ ਪੋਡਕਾਸਟ ਰਾਹੀਂ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਕੁਛ ਵੈਲਿਊ ਐਡ ਕੀਤੀ ਜਾਵੇ। ਹੋਰ ਨਹੀਂ ਤਾਂ ਬਹੁਤ ਕੁਛ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਵੀ 20-25 ਮਿੰਟ ਕੱਢੇ ਜਾ ਸਕਦੇ ਆ,
ਪ੍ਰੋਗਰਾਮ ਬਣਾਏ ਜਾ ਸਕਦੇ ਆ, ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੁਛ ਐਸੀਆਂ ਗੱਲਾਂ ਕੀਤੀਆਂ ਜਾਣ ਜਿਹਦੇ ਕਰਕੇ ਕਿਸੇ ਇੱਕ ਦੀ ਜ਼ਿੰਦਗੀ 'ਚ ਵੀ ਜੇ ਸੁਧਾਰ ਆ ਗਿਆ ਤਾਂ ਸਾਡੀ ਜਿਹੜੀ ਕੋਸ਼ਿਸ਼ ਹੈ ਉਹ ਸਫਲ ਹੋ ਜਾਏਗੀ। ਬਿਲਕੁਲ। ਸੋ ਜੱਸੀ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਤੋਂ, ਅਤੇ ਬਹੁਤ ਸੋਹਣੀਆਂ ਗੱਲਾਂ ਬਾਤਾਂ ਹੋਈਆਂ। ਆਪਾਂ ਫਿਰ ਤੋਂ ਦੁਬਾਰਾ ਤੁਹਾਨੂੰ ਹੋਕਾ ਦਿੰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਮੈਨੂੰ ਇਸ ਪੋਡਕਾਸਟ ਦਾ ਜਿਹੜਾ ਫੀਡਬੈਕ ਆ, ਮੇਰੀ ਬੇਨਤੀ ਹੈ ਕਿ ਉਹ ਸਾਡੇ ਤੱਕ ਜ਼ਰੂਰ ਪਹੁੰਚਾਇਓ, ਕਿਉਂਕਿ ਇੱਦਾਂ ਦੇ ਬਹੁਤ ਸਾਰੇ ਜਿਹੜੇ ਸੋਸ਼ਲ ਟੌਪਿਕਸ ਆ ਜਿਨ੍ਹਾਂ 'ਤੇ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ। ਮੈਨੂੰ ਨਹੀਂ ਪਤਾ ਕਿ ਅਸੀਂ ਆਪਣੀ ਕੋਸ਼ਿਸ਼ ਦੇ ਵਿੱਚ ਕਿੰਨੇ ਕੁ ਕਾਮਯਾਬ ਹੋਏ ਹਾਂ, ਪਰ ਅਸੀਂ ਕੋਸ਼ਿਸ਼ ਵਾਰ-ਵਾਰ ਕਰਦੇ ਰਹਾਂਗੇ। ਤੁਹਾਨੂੰ ਪੋਡਕਾਸਟ ਕਿੱਦਾਂ ਦਾ ਲੱਗਾ ਉਹਦੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ, ਅਤੇ ਜੇ ਚੰਗਾ ਲੱਗਾ ਤਾਂ ਬੇਨਤੀ ਹੈ ਕਿ ਇਹਨੂੰ ਅੱਗੇ ਸਾਂਝਾ ਜ਼ਰੂਰ ਕਰਿਓ। ਹੁਣ ਮੈਨੂੰ ਗੁਰਦੇਵ ਸਿੰਘ ਸਿੱਧੂ ਨੂੰ ਦਿਓ ਇਜਾਜ਼ਤ। ਮੈਂ ਅਗਲੇ ਹਫ਼ਤੇ ਫਿਰ ਇੱਕ ਨਵੇਂ ਪੋਡਕਾਸਟ ਨਾਲ ਤੁਹਾਡੇ ਨਾਲ ਰੂਬਰੂ ਹੋਊਂਗਾ। ਬਹੁਤ ਬਹੁਤ ਧੰਨਵਾਦ। ਜਿਉਂਦੇ ਵਾਸਤੇ ਰਹੋ। ਰੱਬ ਰਾਖਾ।